ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਬਿਨ ਰਾਸ਼ੀ ਕੋ ਵਥ ਕਿਉ ਪਾਏ, ਮਨ ਮੁਖ ਭੁਲੇ ਲੋਕ ਸਵਾਏ। ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਏ ਦੁਖ ਪਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਜੀ ਵੱਲੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਵਿੱਚ ਪਾਵਨ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 117 ਦੇ ਉੱਪਰ ਸੁਭਾਏਮਾਨ ਹੈ। 8 ਪਦਿਆਂ ਦਾ ਇਹ ਪਾਵਨ ਸ਼ਬਦ, ਜਿਸ ਵਿੱਚੋਂ ਪਹਿਲੇ 4 ਪਦਿਆਂ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਸਰਵਨ ਕਰ ਚੁੱਕੇ ਹੋ। ਅਗਲੇਰੇ 4 ਪਦਿਆਂ ਦੀ ਵਿਚਾਰ ਦੇ ਨਾਲ ਜੁੜਨ ਨੂੰ ਸਮਾਂ ਮਿਲਿਆ। ਸਭ ਤੋਂ ਪਹਿਲੇ ਸ਼ਬਦ ਦਾ ਜੋ ਕੇਂਦਰੀ ਭਾਵ ਹੈ, ਰਹਾਉ ਵਾਲੀ ਪੰਗਤੀ ਨੂੰ ਸਮਝ ਕੇ ਚਲੀਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ। ਹਉ ਵਾਰੀ ਜਿਉ ਵਾਰੀ, ਮੈਂ ਜਿੰਦ ਤੋਂ ਵਾਰੇ ਜਾਵਾਂ, ਸਦਕੇ ਜਾਵਾਂ। ਗੁਰ ਪੂਰਾ ਮਨ ਵਸਾਵਣਿਆ, ਜਿਸ ਨੇ ਗੁਰੂ ਦਾ ਸ਼ਬਦ ਆਪਣੇ ਮਨ ਦੇ ਵਿੱਚ ਵਸਾ ਲਿਆ। ਪੂਰੇ ਗੁਰੂ ਨੂੰ ਜਿਹਨੇ ਆਪਣੇ ਮਨ 'ਚ ਵਸਾਇਆ, ਮੈਂ ਉਹਦੇ ਤੋਂ ਸਦਕੇ ਜਾਵਾਂ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਕਿਉਂਕਿ ਉਸਨੇ ਗੁਰੂ ਦੇ ਰਾਹੀਂ ਉਹ ਭਗਤੀ ਦੀ ਦਾਤ ਲੈ ਲਈ ਜਿਹੜੇ ਮਨ ਨੂੰ ਸ਼ਾਂਤੀ, ਮਨ ਨੂੰ ਸਕੂਨ ਦਿੰਦੀ ਹੈ, ਜਿਹਦੇ ਨਾਲ ਮਨ ਦਾ ਟਿਕਾਅ ਬਣਦਾ ਹੈ। ਔਰ ਦਿਨ ਰਾਤ ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਜਿਹੜੇ ਸ਼ੁਭ ਗੁਣਾਂ ਵਿੱਚ ਲੀਨ ਹੁੰਦੇ ਨੇ, ਉਹਨਾਂ ਤੋਂ ਮੈਂ ਸਦਕੇ ਵਾਰੇ ਜਾਵਾਂ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਬਦ ਰਾਹੀਂ ਸਮਝਾਇਆ ਕਿ ਇੱਕ ਉਹ ਨੇ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਚਰਨਾਂ ਨਾਲ ਪਿਆਰ ਪਾ ਕੇ ਸੱਚਾ ਵਣਜ ਕਰਨਾ ਸਿੱਖ ਲਿਆ, ਸੱਚਾ ਵਪਾਰ ਕੀਤਾ, ਸੱਚੀ ਰਾਸ ਪੂੰਜੀ ਇਕੱਠੀ ਕੀਤੀ ਔਰ ਸੱਚ ਨੂੰ ਕਮਾ ਕੇ ਇਸ ਸੰਸਾਰ ਵਿੱਚੋਂ ਚੱਲਦੇ ਨੇ।
ਪਰ ਜਿਨ੍ਹਾਂ ਨੇ ਗੁਰੂ ਚਰਨਾਂ ਨੂੰ ਆਪਣੇ ਹਿਰਦੇ 'ਚ ਨਹੀਂ ਵਸਾਇਆ, ਗੁਰੂ ਸਾਹਿਬ ਨਾਲ ਜਿਨ੍ਹਾਂ ਨੇ ਪ੍ਰੀਤ ਨਹੀਂ ਪਾਈ, ਉਹਨਾਂ ਨੂੰ ਫਿਰ ਸੱਚ ਦਾ ਵਪਾਰ ਕਰਨਾ ਨਹੀਂ ਆਇਆ। ਉਹ ਕੂੜ ਦਾ ਵਪਾਰ ਜਿਹੜਾ ਇਸ ਸੰਸਾਰ ਵਿੱਚ ਕਰਦੇ ਨੇ, ਤੇ ਜਿਹੜੇ ਕੂੜ ਦਾ ਵਪਾਰ ਕਰਦੇ ਨੇ ਉਹਨਾਂ ਕੋਲ ਉਹ ਰਾਸ ਪੂੰਜੀ ਨਹੀਂ ਹੁੰਦੀ, ਭਾਵ ਸ਼ੁਭ ਗੁਣਾਂ ਵਾਲੀ ਪੂੰਜੀ, ਸ਼ੁਭ ਗੁਣਾਂ ਵਾਲੀ ਰਾਸ਼ੀ ਉਹਨਾਂ ਕੋਲ ਨਹੀਂ ਹੁੰਦੀ, ਜਿਹਦੇ ਨਾਲ ਉਹ ਪਰਮੇਸ਼ਵਰ ਦੇ ਨਾਮ ਦਾ ਵਣਜ ਕਰ ਸਕਣ। ਪਰਮੇਸ਼ਵਰ ਦੇ ਨਾਮ ਦਾ ਵਣਜ ਵਪਾਰ ਕਰਨ ਵਾਸਤੇ, ਵਪਾਰੀ ਬਣਨ ਵਾਸਤੇ ਸ਼ੁਭ ਗੁਣਾਂ ਦੀ ਪੂੰਜੀ ਚਾਹੀਦੀ ਹੈ। ਜਿਵੇਂ ਕਿਸੇ ਵਪਾਰੀ ਨੇ ਵਪਾਰ ਕਰਨਾ ਹੈ, ਪਰ ਉਹਦੇ ਕੋਲ ਰਾਸ਼ੀ ਨਹੀਂ, ਪੂੰਜੀ ਨਹੀਂ, ਧਨ ਨਹੀਂ, ਤੇ ਉਹ ਵਪਾਰ ਕਿਵੇਂ ਕਰੇਗਾ? ਵਪਾਰੀ ਨੂੰ ਵਪਾਰ ਕਰਨ ਵਾਸਤੇ ਧਨ ਚਾਹੀਦਾ ਹੈ। ਬਿਨਾਂ ਧਨ ਤੋਂ ਵਪਾਰ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜੋ ਸੱਚੇ ਨਾਮ ਦਾ ਵਣਜ ਕਰਨਾ, ਵਪਾਰ ਕਰਨਾ, ਉਹਦੇ ਵਾਸਤੇ ਸ਼ੁਭ ਗੁਣਾਂ ਦਾ ਧਨ ਚਾਹੀਦਾ ਹੈ। ਕਿਉਂਕਿ ਅਵਗੁਣਾਂ ਦੇ ਨਾਲ ਪਰਮੇਸ਼ਵਰ ਦੇ ਨਾਮ ਦਾ ਵਪਾਰ, ਪਰਮੇਸ਼ਵਰ ਦੇ ਨਾਮ ਦਾ ਵਣਜ ਨਹੀਂ ਕੀਤਾ ਜਾ ਸਕਦਾ। ਔਰ ਜਿਹੜਾ ਪਰਮੇਸ਼ਵਰ ਦੇ ਨਾਮ ਦਾ ਵਣਜ ਅਸੀਂ ਕਰਨ ਆਏ ਹਾਂ, ਉਹ ਸਰੀਰ ਨੇ ਨਹੀਂ, ਸਾਡੇ ਮਨ ਨੇ ਕਰਨਾ ਹੈ। ਸਰੀਰ ਕਰਕੇ ਤੇ ਅਸੀਂ ਵਪਾਰੀ ਬਣ ਗਏ, ਚੋਟੀ ਦੇ ਵਪਾਰੀ ਬਣ ਗਏ। ਵਪਾਰ ਕਰਨਾ ਸਾਨੂੰ ਆ ਗਿਆ, ਬੜੇ ਚੋਟੀ ਦੇ ਵਪਾਰੀਆਂ 'ਚ ਸਾਡਾ ਨਾਮ ਵੀ ਆ ਗਿਆ। ਪਰ ਜੇ ਅੰਦਰ ਦਾ ਵਣਜ ਕਰਨਾ ਨਾ ਆਇਆ, ਅੰਦਰ ਦਾ ਵਣਜ ਵਪਾਰ ਕਰਨਾ ਨਾ ਆਇਆ, ਜੇ ਨਾਮ ਦੇ ਵਪਾਰੀ ਨਾ ਬਣੇ, ਤੇ ਸਭ ਕਹਿੰਦੇ ਫਿਰ ਤੂੰ ਜਦੋਂ ਇਸ ਸੰਸਾਰ ਤੋਂ ਚੱਲਣਾ ਤੇ ਤੈਨੂੰ ਖਾਲੀ ਹੱਥ ਚੱਲਣਾ ਪੈਣਾ। ਕਿਉਂਕਿ ਜਿਹੜਾ ਸੌਦਾ ਤੂੰ ਇਕੱਠਾ ਕਰਨਾ ਸੀ, ਉਹ ਵਪਾਰੀ ਤਾਂ ਤੂੰ ਬਣਿਆ ਹੀ ਨਹੀਂ, ਉਹ ਸੌਦਾ ਤੂੰ ਇਕੱਠਾ ਕੀਤਾ ਹੀ ਨਹੀਂ। ਉਹਦੇ ਵਾਸਤੇ ਜੇ ਬਾਹਰ ਦਾ ਵਪਾਰੀ ਬਣਨ ਵਾਸਤੇ, ਵਪਾਰ ਕਰਨ ਲਈ ਧਨ, ਪੂੰਜੀ, ਰਾਸ਼ੀ ਚਾਹੀਦੀ ਹੈ, ਇਸੇ ਤਰ੍ਹਾਂ ਨਾਮ ਦਾ ਵਪਾਰ ਕਰਨ ਵਾਸਤੇ ਸ਼ੁਭ ਗੁਣਾਂ ਦਾ ਧਨ ਚਾਹੀਦਾ ਹੈ। ਸ਼ੁਭ ਗੁਣਾਂ ਦੀ ਉਹ ਰਾਸ਼ੀ, ਪੂੰਜੀ ਚਾਹੀਦੀ ਹੈ। ਇਸ ਲਈ ਮਹਾਰਾਜ ਨੇ ਚੌਥੇ ਪਦੇ ਵਿੱਚ ਜੋ ਕੱਲ ਆਪ ਜੀ ਨੇ ਵਿਚਾਰਿਆ ਸੀ, ਕਿਰਪਾ ਕੀਤੀ ਸੀ ਕਿ ਸੱਚਾ ਸ਼ਾਹ ਸੱਚੇ ਵਣਜਾਰੇ, ਸੱਚ ਵਣਜੈ ਗੁਰ ਹੇਤ ਅਪਾਰੇ। ਜਿਹੜੇ ਸੱਚ ਦੇ ਵਣਜਾਰੇ ਨੇ, ਉਹ ਗੁਰੂ ਚਰਨਾਂ ਨਾਲ ਪਿਆਰ ਪਾ ਕੇ ਤੇ ਸੱਚ ਵਣਜੈ, ਸੱਚ ਦਾ ਸੌਦਾ ਇਕੱਠਾ ਕਰਦੇ ਨੇ। ਕਿਉਂਕਿ ਪੂਰੇ ਗੁਰੂ ਨੇ ਸਾਨੂੰ ਬਾਹਰ ਦੇ ਵਪਾਰੀ ਦੀ ਸਿੱਖਿਆ ਨਹੀਂ ਦਿੱਤੀ। ਬਾਹਰ ਦਾ ਵਪਾਰੀ ਤੇ ਜਿਵੇਂ ਜਿਵੇਂ ਸਮਾਜ ਵਿੱਚ ਵਿਚਰਦਾ ਹੈ, ਵਪਾਰੀਆਂ ਦੇ ਵਿੱਚ ਵਿਚਰਦਾ ਹੈ, ਉਹਨੂੰ ਵਪਾਰ ਕਰਨ ਦਾ ਢੰਗ ਤਰੀਕਾ ਆ ਜਾਂਦਾ ਹੈ। ਪਰ ਅੰਦਰ ਦਾ ਵਪਾਰ, ਅੰਦਰ ਦਾ ਵਪਾਰੀ ਬਣਨ ਵਾਸਤੇ ਸਾਨੂੰ ਪੂਰੇ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਣਾ। ਤੇ ਪੂਰੇ ਗੁਰੂ ਨੇ ਹੀ ਹੋਕਾ ਦੇ ਕੇ ਕਿਹਾ, ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਬੜੇ ਵੱਡੇ ਵੱਡੇ ਵਪਾਰੀ ਮਿਲੇ ਨੇ, ਧਨਾੜ ਪੁਰਸ਼, ਸ਼ਾਹੂਕਾਰ ਮਿਲੇ ਨੇ, ਜਿਹੜੇ ਆਪਣੇ ਆਪ ਤੇ ਬੜਾ ਮਾਣ ਕਰਦੇ ਸੀ ਕਿ ਅਸੀਂ ਬੜੇ ਵੱਡੇ ਸ਼ਾਹੂਕਾਰ ਹਾਂ, ਵਪਾਰੀ ਹਾਂ, ਧਨਾੜ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਬਾਹਰ ਦਾ ਧਨ, ਬਾਹਰ ਦਾ ਵਪਾਰ ਇੱਥੇ ਹੀ ਧਰਿਆ ਧਰਾਇਆ ਰਹਿ ਜਾਣਾ। ਜੇ ਤੇਰੇ ਨਾਲ ਚੱਲਣਾ ਤੇ ਉਹ ਹੈ ਨਾਮ ਦਾ ਵਪਾਰ।
ਤੂੰ ਨਾਮਣ ਦਾ ਵਣਜ ਕਰ, ਮਨ ਕਰਕੇ ਵਪਾਰੀ ਬਣ ਪਰਮੇਸ਼ਵਰ ਦੇ ਨਾਮ ਦਾ। ਇਸ ਲਈ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਪਿਆਰ ਪਾਇਆ, ਸੱਚ ਵਣਜੈ ਗੁਰ ਹੇਤ ਅਪਾਰੇ। ਪਰ ਪੰਜਵੇਂ ਪਦੇ ਵਿੱਚ ਮਹਾਰਾਜ ਜੀ ਉਹਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਕੋਲ ਸ਼ੁਭ ਗੁਣਾਂ ਦੀ ਰਾਸ਼ੀ ਨਹੀਂ, ਸ਼ੁਭ ਗੁਣਾਂ ਦਾ ਖਜ਼ਾਨਾ ਨਹੀਂ। ਤੇ ਸਭ ਕਹਿੰਦੇ ਜੇ ਤੇਰੇ ਕੋਲ ਸ਼ੁਭ ਗੁਣਾਂ ਦੀ ਪੂੰਜੀ ਹੋਈ ਨਹੀਂ ਹੈ ਤੇ ਤੂੰ ਫਿਰ ਵਸਤੂ ਕਿੱਥੋਂ ਪ੍ਰਾਪਤ ਕਰੇਗਾ? ਫਿਰ ਜਿਹੜਾ ਨਾਮ ਦਾ ਪਦਾਰਥ ਤੈਨੂੰ ਚਾਹੀਦਾ ਹੈ ਉਹ ਕਿਵੇਂ ਪ੍ਰਾਪਤ ਕਰੇਗਾ? ਅਵਗੁਣਾਂ ਦੇ ਨਾਲ ਇਹ ਨਾਮ ਦੀ ਕਮਾਈ ਨਹੀਂ ਕੀਤੀ ਜਾਣੀ। ਅਵਗੁਣਾਂ ਦੇ ਨਾਲ ਉਹ ਭਗਤੀ ਨਹੀਂ ਕੀਤੀ ਜਾਣੀ ਜਿਹਨੇ ਤੇਰੇ ਮਨ ਨੂੰ ਸਕੂਨ ਦੇਣਾ। ਰਹਾਉ ਵਾਲੀ ਪੰਗਤੀ ਵਿੱਚ ਸਾਹਿਬ ਨੇ ਆਖਿਆ, ਮੈਂ ਕਿਨਾਂ ਤੋਂ ਵਾਰੇ ਜਾਵਾਂ, ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ। ਭਗਤ ਦੇ ਤੱਤੇ ਨੂੰ ਸਿਹਾਰੀ ਭਗਤੀ। ਜਿਹੜੇ ਗੁਰੂ ਸਾਹਿਬ ਕੋਲੋਂ ਸ਼ੁਭ ਗੁਣ ਲੈ ਕੇ ਮਨ ਨੂੰ ਸ਼ਾਂਤ ਕਰਨ ਵਾਲੀ ਭਗਤੀ ਦਿਨ ਰਾਤ ਕਰਦੇ ਆ, ਹਉ ਵਾਰੀ ਜੀਓ ਵਾਰੀ, ਮੈਂ ਉਹਨਾਂ ਤੋਂ ਸੱਦ ਕੇ ਵਾਰੇ ਜਾਵਾਂ। ਹੁਣ ਜਿਨ੍ਹਾਂ ਕੋਲ ਸ਼ੁਭ ਗੁਣ ਨਹੀਂ, ਅਵਗੁਣਾਂ ਨਾਲ ਤੇ ਭਗਤੀ ਹੋਣੀ ਨਹੀਂ। ਵਿਣ ਗੁਣ ਕੀਤੇ ਭਗਤ ਨਾ ਹੋਏ। ਇਸ ਲਈ ਮਹਾਰਾਜ ਕਹਿੰਦੇ ਬਿਨ ਰਾਸ਼ੀ, ਜਿਹਦੇ ਕੋਲ ਪੂੰਜੀ ਨਹੀਂ, ਖਜ਼ਾਨਾ ਨਹੀਂ ਸ਼ੁਭ ਗੁਣਾਂ ਦਾ, ਕੋ ਵੱਥ ਕਿਉਂ ਪਾਏ। ਉਹ ਦੱਸੋ ਕਿਵੇਂ ਉਹ ਵੱਥ ਵਸਤੂ ਪਾਏਗਾ? ਇਹ ਮਨ ਸੱਚੇ ਨਾਮ ਦਾ ਵਣਜਾਰਾ ਵਪਾਰੀ ਕਿਵੇਂ ਬਣੇਗਾ ਜੇ ਉਹਦੇ ਕੋਲ ਸ਼ੁਭ ਗੁਣਾਂ ਦੀ ਰਾਸ਼ੀ ਨਹੀਂ, ਪੂੰਜੀ ਨਹੀਂ, ਖਜ਼ਾਨਾ ਨਹੀਂ। ਮਨਮੁਖ ਭੂਲੇ ਲੋਕ ਸਬਾਏ। ਮਹਾਰਾਜ ਕਹਿੰਦੇ ਮੈਂ ਦੇਖ ਰਿਹਾ ਇਹ ਸਬਾਏ ਸਾਰੇ ਲੋਕ ਮਨਮੁਖ ਬਣ ਕੇ ਭੁੱਲੇ ਫਿਰਦੇ ਨੇ, ਭਟਕੇ ਫਿਰਦੇ ਨੇ। ਜਿਹੜਾ ਸੌਦਾ ਇਕੱਤਰ ਕਰਨ ਆਏ ਆ ਮਨਮੁਖ ਲੋਕ, ਉਹ ਇਸ ਸੌਦੇ ਵੱਲ ਧਿਆਨ ਨਹੀਂ ਦੇ ਰਹੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਇਸ ਜ਼ਿੰਦਗੀ ਵਿੱਚ ਕਿਹੜਾ ਲਾਹਾ ਲੈਣ ਵਾਸਤੇ ਆਏ ਹਾਂ। ਅਸੀਂ ਬਾਹਰ ਦੇ ਲਾਹੇ ਲੈ ਕੇ ਹੀ ਖੁਸ਼ ਹੋ ਰਹੇ ਹਾਂ। ਬਾਹਰ ਦੇ ਲਾਹੇ ਲੈ ਕੇ ਹੀ ਅਸੀਂ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਾਂ। ਬਾਹਰ ਦੇ ਲਾਹੇ ਲੈ ਕੇ ਹੀ ਅਸੀਂ ਬਾਹਰ ਖੁਸ਼ੀਆਂ ਦੇ ਢੋਲ ਵਜਾ ਰਹੇ ਹਾਂ। ਪਰ ਅਸਲ ਵਿੱਚ ਲਾਹਾ ਤੇ ਅੰਦਰੋਂ ਜੀਵਨ ਵਿੱਚ ਨਾਮ ਦਾ ਲਾਹਾ ਲੈਣ ਵਾਸਤੇ ਆਏ ਸਾਂ। ਤੇ ਮਹਾਰਾਜ ਕਹਿੰਦੇ ਬਾਹਰ ਦੀਆਂ ਖੁਸ਼ੀਆਂ ਮਨਾਉਣ ਵਾਲਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਲੱਗਾ ਕਿਤ ਕੋ ਫਕੜੇ, ਤੇਰੇ ਕੋਲ ਸ਼ੁਭ ਗੁਣਾਂ ਦੀ ਰਾਸ਼ੀ ਨਹੀਂ। ਅਵਗੁਣਾ ਕਰਕੇ ਤੂੰ ਕਿਹੜੇ ਭੈੜੇ ਕੰਮਾਂ ਦੇ ਵਿੱਚ ਲੱਗ ਬੈਠਾ ਹੈ ਤੇ ਉਹਦਾ ਵਪਾਰੀ ਬਣ ਕੇ ਤੂੰ ਬੜਾ ਖੁਸ਼ ਹੋ ਰਿਹਾ ਹੈ। ਜਿਹੜੇ ਨਸ਼ਿਆਂ ਦੇ ਵਪਾਰੀ ਨੇ, ਇਹ ਜਦੋਂ ਆਪਣਾ ਨਸ਼ਾ ਵੇਚਣ 'ਚ ਕਾਮਯਾਬ ਹੁੰਦੇ ਆ ਬੜੀਆਂ ਖੁਸ਼ੀਆਂ ਮਨਾਉਂਦੇ ਆ। ਪਰ ਇਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਸਾਡਾ ਜਿਹੜਾ ਨਸ਼ਾ ਵਪਾਰ ਅਸੀਂ ਕਰਦੇ ਹਾਂ ਉਹ ਕਿੰਨਿਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕਾ ਹੈ, ਕਿੰਨਿਆਂ ਦੀ ਜ਼ਿੰਦਗੀ ਨੂੰ ਨਰਕ ਬਣਾ ਚੁੱਕਾ ਹੈ, ਕਿੰਨਿਆਂ ਦੇ ਘਰ ਦੇ ਵਿੱਚ ਰੋਣਾ ਪਾ ਚੁੱਕਾ ਹੈ। ਪਰ ਉਹ ਆਪਣੇ ਘਰ ਵਿੱਚ ਨਸ਼ੇ ਦੇ ਵਪਾਰੀ ਬੜੇ ਖੁਸ਼ ਹੁੰਦੇ ਆ। ਸਭ ਕਹਿੰਦੇ ਧਿਆਨ ਰੱਖ, ਤੇਰੀ ਜ਼ਿੰਦਗੀ ਦੀ ਰਾਤ ਮੁੱਕ ਚੱਲੀ ਆ ਤੇ ਜੇ ਤੂੰ ਬਾਹਰ ਦੇ ਇਹ ਵਪਾਰ ਕਰਦਾ ਰਿਹਾ, ਇੱਕ ਦਿਨ ਫਿਰ ਤੇਰੀ ਜ਼ਿੰਦਗੀ ਦਾ ਲੇਖਾ ਜਦੋਂ ਹੋਣਾ ਨਾ, ਉਦੋਂ ਫਿਰ ਤੈਨੂੰ ਧਾਹਾਂ ਮਾਰ ਕੇ ਰੋਣਾ ਪਏਗਾ ਕਿ ਮੈਂ ਕਿਹੜਾ ਵਪਾਰ ਕਰਨ ਆਇਆ ਸਾਂ ਤੇ ਮੈਂ ਕਿਹੜਾ ਵਪਾਰ ਕਰਦਾ ਪਿਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਤੇਰੀ ਜ਼ਿੰਦਗੀ ਦੀ ਰਾਤ ਮੁੱਕ ਚੱਲੀ ਹੈ, ਤੂੰ ਹਜੇ ਵੀ ਧਿਆਨ ਨਹੀਂ ਦਿੱਤਾ ਕਿ ਮੈਂ ਇਸ ਸੰਸਾਰ ਵਿੱਚ ਮਨੁੱਖਾ ਦੇਹੀ ਦੇ ਅੰਦਰ ਕਿਹੜਾ ਵਪਾਰ ਕਰਨ ਵਾਸਤੇ, ਕਿਹੜਾ ਲਾਹਾ ਲੈਣ ਵਾਸਤੇ ਆਇਆ। ਉਹ ਕਿਹਨੂੰ ਸਮਝ ਆਈ? ਜਿਹੜਾ ਗੁਰੂ ਦੇ ਦੁਆਰੇ ਆਇਆ।
ਕਿਉਂਕਿ ਇੱਥੇ ਆ ਕੇ ਸੋਝੀ ਮਿਲਣੀ ਹੈ। ਜਿਹੜਾ ਗੁਰੂ ਦੇ ਦੁਆਰੇ ਆਇਆ ਉਹਨੂੰ ਸੋਝੀ ਮਿਲੀ, ਉਹਨੂੰ ਸਮਝ ਆ ਗਈ, ਉਹਨੇ ਫਿਰ ਜ਼ਿੰਦਗੀ ਦਾ ਲਾਹਾ ਲੈਣ ਵਾਸਤੇ ਨਾਮ ਦਾ ਵਪਾਰੀ ਬਣਿਆ। ਫਿਰ ਗੁਰਮੁਖ ਲਾਹਾ ਲੈ ਗਏ, ਉਹ ਤੇ ਲਾਹਾ ਲੈ ਗਿਆ ਖੱਟ ਕੇ। ਮਨਮੁਖ ਗੁਰੂ ਦੁਆਰੇ ਨਹੀਂ ਆਇਆ, ਮਨਮੁਖ ਨੂੰ ਸੋਝੀ ਵੀ ਨਹੀਂ ਆਈ, ਮਨਮੁਖ ਨੂੰ ਸਮਝ ਵੀ ਨਹੀਂ ਆਈ ਕਿ ਮੈਂ ਕਿਹੜਾ ਵਪਾਰੀ ਬਣਨਾ, ਪਰ ਕਿਹੜਾ ਵਪਾਰੀ ਬਣ ਕੇ ਬੈਠਾ। ਮੈਂ ਸੱਚ ਦਾ ਵਪਾਰੀ ਬਣਨਾ ਸੀ, ਮੈਂ ਕੂੜ ਦਾ ਵਪਾਰੀ ਬਣ ਕੇ ਬੈਠਾ। ਮੈਂ ਅਵਗੁਣਾਂ ਨਾਲ ਸੱਚ ਨੂੰ ਕਮਾਉਣਾ ਸੀ, ਮੈਂ ਅਵਗੁਣ ਸ਼ੁਭ ਗੁਣਾਂ ਨਾਲ ਸੱਚ ਨੂੰ ਕਮਾਉਣਾ ਸੀ, ਮੈਂ ਅਵਗੁਣਾਂ ਨਾਲ ਕੂੜ ਕਮਾ ਰਿਹਾ। ਮੈਂ ਸਚਿਆਰ ਬਣਨ ਲਈ ਆਇਆ ਸਾਂ, ਮੈਂ ਕੁੜਿਆਰ ਬਣ ਕੇ ਜ਼ਿੰਦਗੀ ਦਾ ਸਮਾਂ ਲੰਘਾ ਰਿਹਾ। ਤੇ ਇੱਕ ਦਿਨ ਫਿਰ ਜਿਸ ਸ਼ਾਹੂਕਾਰ ਨੇ ਸਾਨੂੰ ਵਪਾਰ ਕਰਨ ਵਾਸਤੇ 4 ਦਿਨ ਦਿੱਤੇ ਆ ਤੇ ਜ਼ਿੰਦਗੀ ਦੀ ਰਾਸ ਪੂੰਜੀ ਦਿੱਤੀ ਹੈ, ਉਹਨੇ ਫਿਰ 4 ਦਿਨ ਬਾਅਦ ਲੇਖਾ ਵੀ ਕਰਨਾ ਹੈ। ਉੱਥੇ ਫਿਰ ਸਾਡੇ ਕੋਲ ਕੋਈ ਜਵਾਬ ਨਹੀਂ ਹੋਣਾ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ, ਕਿਉਂਕਿ 4 ਗਵਾਇਆ ਹੰਡ ਕੈ 4 ਗਵਾਇਆ ਸਮ ਲੇਖਾ। ਰੱਬ ਮੰਗੇਸੀਆਂ ਤੂੰ ਆਹੋ ਕਿਹੜੇ ਕੰਮ, ਕਿ ਤੈਨੂੰ ਕੂੜ ਦਾ ਸੌਦਾ ਇਕੱਠਾ ਕਰਨ ਨੂੰ ਕਿਹਾ। ਅੱਜ ਝੂਠ ਦਾ ਬੋਲ ਬਾਲਾ ਹੈ, ਝੂਠ ਦਾ ਹੀ ਵਪਾਰ ਹੋ ਰਿਹਾ ਹੈ। ਤੇ ਜੇ ਕੋਈ ਇਸ ਝੂਠ ਦੇ ਬੋਲ ਬਾਲੇ ਵਿੱਚ ਸੱਚ ਦੀ ਆਵਾਜ਼ ਉਠਾਉਂਦਾ ਹੈ, ਸੱਚ ਦਾ ਵਪਾਰ ਕਰਨ ਦੀ ਗੱਲ ਕਰਦਾ ਹੈ, ਤੇ ਫਿਰ ਝੂਠ ਦਾ ਬੋਲ ਬਾਲਾ ਇੰਨਾ ਜ਼ਿਆਦਾ ਕਿ ਉਹ ਸੱਚ ਨੂੰ ਮਿਟਾਉਣ ਲਈਆਂ ਕੋਸ਼ਿਸ਼ਾਂ ਹੁੰਦੀਆਂ ਨੇ, ਔਰ ਹੁੰਦੀਆਂ ਵੀ ਰਹੀਆਂ। ਸਦੀਆਂ ਤੋਂ ਹੀ ਇਹ ਚੱਲਦਾ ਆ ਰਿਹਾ ਹੈ। ਹਰਨਾਕਸ਼ ਨੇ ਕੂੜ ਦਾ ਵਪਾਰ ਕੀਤਾ, ਪਹਿਰਲਾਦ ਨੇ ਸਮਝਾਇਆ ਵੀ ਪਿਤਾ ਜੀ ਇਹ ਹੁਣ ਕੂੜ ਦਾ ਵਪਾਰ ਛੱਡ ਕੇ ਸੱਚ ਦਾ ਕਰ ਲਓ, ਤੇ ਫਿਰ ਪਿਤਾ ਹੀ ਪੁੱਤਰ ਨੂੰ ਮਾਰਨ ਵਾਸਤੇ ਤਿਆਰ ਹੋ ਗਿਆ। ਅੱਜ ਵੀ ਹਾਲਾਤ ਜਿਹੜੇ ਨੇ ਉਹੀ ਨੇ। ਤੁਸੀਂ ਸੱਚ ਬੋਲੋਗੇ, ਸੱਚ ਦੁਨੀਆ ਦੇ ਸਾਹਮਣੇ ਰੱਖੋਗੇ, ਤੇ ਉਹ ਤੁਹਾਨੂੰ ਮਾਰਨ, ਮੁਕਾਉਣ, ਮਿਟਾਉਣ ਵਾਸਤੇ ਤਿਆਰ ਨੇ। ਕਿਉਂ? ਕਿਉਂਕਿ ਸੱਚ ਹਜ਼ਮ ਨਹੀਂ ਹੁੰਦਾ। ਕੂੜ ਦੀ ਜ਼ਿੰਦਗੀ ਜਿਉਂਦਿਆਂ, ਝੂਠ ਦੀ ਜ਼ਿੰਦਗੀ ਜਿਉਂਦਿਆਂ ਸੱਚ ਬਰਦਾਸ਼ਤ ਵੀ ਨਹੀਂ ਹੁੰਦਾ ਤੇ ਸੱਚ ਹਜ਼ਮ ਵੀ ਨਹੀਂ ਹੁੰਦਾ। ਜਿਵੇਂ ਜ਼ਿਕਰ ਕੀਤਾ ਕਈ ਵਾਰ ਕਿ ਅਸੀਂ ਮਿਲਾਵਟੀ ਭੋਜਨ ਖਾਣਾ ਸਿੱਖ ਗਏ, ਸਾਡੀ ਆਦਤ ਬਣ ਗਈ ਹੈ, ਕਿਉਂਕਿ ਹੈ ਹੀ ਨਹੀਂ ਕੋਈ ਹੋਰ ਚਾਰਾ। ਹਰ ਇੱਕ ਚੀਜ਼ ਵਿੱਚ ਮਿਲਾਵਟ ਹੈ। ਮਿਲਾਵਟੀ ਭੋਜਨ ਖਾ ਖਾ ਕੇ ਸਾਡੀ ਸਰੀਰ ਦੀ ਹਾਲਤ ਇੱਦਾਂ ਦੀ ਹੋ ਗਈ ਹੈ ਕਿ ਜੇ ਮਿਲਾਵਟ ਤੋਂ ਰਹਿਤ ਸਾਨੂੰ ਸ਼ੁੱਧ ਕਿਤੇ ਭੋਜਨ ਖਾਣ ਨੂੰ ਮਿਲ ਜਾਏ ਤੇ ਸਾਡਾ ਹਾਜ਼ਮਾ ਖਰਾਬ ਹੋ ਜਾਏਗਾ। ਅਸੀਂ ਨਹੀਂ ਪਚਾ ਸਕਾਂਗੇ ਸ਼ੁੱਧ ਭੋਜਨ। ਕਿਉਂ? ਕਿਉਂਕਿ ਅਸੀਂ ਮਿਲਾਵਟੀ ਖਾ ਖਾ ਕੇ ਉੱਦਾਂ ਦੇ ਹੋ ਚੁੱਕੇ ਹਾਂ। ਉਸੇ ਵੇਲੇ ਹਾਜ਼ਮਾ ਖਰਾਬ ਹੋ ਜਾਏਗਾ ਤੁਹਾਡਾ। ਇਹੀ ਹਾਲਤ ਕੁੜਿਆਰ ਵਾਲਿਆਂ ਦੀ ਹੈ, ਇਹੀ ਕੂੜ ਵਾਲਿਆਂ ਦੀ ਹੈ। ਜਦੋਂ ਸੱਚ ਉਹਨਾਂ ਦੇ ਸਾਹਮਣੇ ਆਉਂਦਾ ਹੈ, ਉਹ ਹਾਜ਼ਮਾ ਖਰਾਬ ਹੋ ਜਾਂਦਾ ਹੈ, ਫਿਰ ਉਹ ਬਰਦਾਸ਼ਤ ਨਹੀਂ ਹੁੰਦਾ। ਫਿਰ ਸੱਚ ਬੋਲਣ ਵਾਲੇ ਨੂੰ ਮਿਟਾਉਣ ਦੀ ਕੋਸ਼ਿਸ਼ਾਂ ਹੁੰਦੀਆਂ ਤੇ ਹੁੰਦੀਆਂ ਵੀ ਨੇ। ਇਸ ਲਈ ਮਹਾਰਾਜ ਨੇ ਸਮਝਾਇਆ ਕਿ ਜਿਹੜੇ ਸੱਚ ਦਾ ਵਪਾਰ ਕੀਤਾ ਉਹ ਗੁਰੂ ਚਰਨਾਂ ਨਾਲ ਜੁੜਨ ਵਾਲੇ ਸਨ, ਉਹ ਤਾਂ ਲਾਹਾ ਲੈ ਗਏ, ਪਰ ਮਨਮੁਖ ਗੁਰੂ ਦਰ ਤੇ ਨਹੀਂ ਸੋਝੀ ਆਈ, ਉਹ ਕੂੜ ਦਾ ਵਪਾਰ ਕਰਦਾ ਰਿਹਾ। ਮਨਮੁਖ ਚੱਲੇ ਮੂਲ ਗਵਾਏ ਜਿਉ, ਉਹ ਆਪਣਾ ਫਿਰ ਜ਼ਿੰਦਗੀ ਦਾ ਮੂਲ ਗਵਾ ਕੇ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਬਿਨ ਰਾਸ਼ੀ ਕੋ ਵਥ ਕਿਉਂ ਪਾਏ, ਮਨਮੁਖ ਭੂਲੇ ਲੋਕ ਸਬਾਏ। ਇਹ ਸਾਰੇ ਮਨਮੁਖ ਲੋਕ ਆਪਣੇ ਰਾਹ ਤੋਂ ਭੁੱਲੇ ਫਿਰਦੇ ਨੇ। ਗੁਰੂ ਸਾਹਿਬ ਨੇ ਭੁੱਲਿਆਂ ਨੂੰ ਹੀ ਜਾ ਕੇ ਹੋਕਾ ਦੇ ਕੇ ਸਮਝਾਇਆ ਕਿ ਭਾਈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ,
ਛਿਨ ਛਿਨ ਆਉਦ ਵਿਹਾਤ ਹੈ ਫੂਟੇ, ਘਟ ਜਿਉ ਪਾਨੀ। ਪਲ ਪਲ ਕਰਕੇ ਜ਼ਿੰਦਗੀ ਦਾ ਸਮਾਂ ਘਟ ਰਿਹਾ ਹੈ। ਤੂੰ ਜਿਹੜਾ ਸੌਦਾ ਇਕੱਠਾ ਕਰਨ ਆਇਆ ਉਹ ਸੌਦਾ ਇਕੱਠਾ ਕਰ। ਜਿਹੜਾ ਨਾਮ ਦਾ ਵਪਾਰੀ ਬਣਨ ਆਇਆ ਤੂੰ ਉਹ ਨਾਮ ਦਾ ਵਪਾਰੀ ਬਣ, ਨਾਮ ਦੀ ਕਮਾਈ ਕਰ। ਪਰ ਮਨਮੁਖ ਨੂੰ ਇਹ ਗੱਲ ਸਮਝ ਨਹੀਂ ਆਈ, ਕੁੜਿਆਰ ਨੂੰ ਇਹ ਗੱਲ ਸਮਝ ਨਹੀਂ ਆਈ। ਉਹ ਭੁੱਲਿਆ ਭਟਕਿਆ ਰਿਹਾ। ਤੇ ਫਿਰ ਸਾਹਿਬ ਕਹਿੰਦੇ ਧਿਆਨ ਰੱਖੀ, ਬਿਨ ਰਾਸ਼ੀ ਸਭ ਖਾਲੀ ਚੱਲੇ। ਤੂੰ ਬਾਹਰੋਂ ਤਾਂ ਆਪਣੇ ਖਜ਼ਾਨੇ ਭਰ ਲਏ, ਬਾਹਰੋਂ ਤਾਂ ਘਰ ਆਪਣੇ ਭਰ ਲਏ, ਜੇਬਾਂ ਆਪਣੀਆਂ ਭਰ ਲਈਆਂ, ਖੀਸੇ ਆਪਣੇ ਭਰ ਲਏ, ਬਹੁਤ ਕੁਝ ਤੂੰ ਆਪਣੇ ਖਜ਼ਾਨੇ ਇੰਨੇ ਕੁ ਭਰ ਲਏ ਕਿ ਦੁਨੀਆ ਦੀ ਨਜ਼ਰ ਤੋਂ ਲੁਕਾ ਛੁਪਾ ਕੇ ਰੱਖਿਆ। ਪਰ ਜਿਸ ਦਿਨ ਦੁਨੀਆ ਤੋਂ ਚੱਲਣਾ ਨਾ, ਇਹ ਤੇਰੇ ਖੀਸੇ ਭਰੇ ਭਰਾਏ ਰਹਿ ਜਾਣੇ ਆ। ਜਿਸ ਦਿਨ ਦੁਨੀਆ ਤੋਂ ਚੱਲਣਾ ਤੇ ਇਹ ਸਰੀਰ ਇਹ ਵੀ ਨਾਲ ਨਹੀਂ ਜਾਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਆ ਤਾਂ ਛੱਡ ਕੇ ਜਾਣਾ। ਤੇ ਜਿਹੜੇ ਸਾਡੇ ਨਾਮ ਦੇ ਬੈਂਕ ਬੈਲੈਂਸ ਬਣੇ ਹੋਏ ਆ ਉਹ ਤਾਂ ਸਰੀਰ ਦੇ ਨਾਮ ਤੇ ਬਣੇ ਆ, ਤੇ ਸਰੀਰ ਮਿੱਟੀ ਹੋ ਜਾਣਾ, ਖਾਤੇ ਸਾਡੇ ਬਲੌਕ ਹੋ ਜਾਣੇ ਆ। ਜਿਹੜੇ ਅਸੀਂ ਆਪਣੇ ਨਾਮ ਦੇ ਉੱਤੇ ਲੱਖਾਂ ਕਰੋੜਾਂ ਅਰਬਾਂ ਦੇ ਕਾਗਜ਼ ਆਪਣੇ ਨਾਮ ਤੇ ਲਵਾਏ ਹੋਏ ਨੇ, ਉਹ ਤਾਂ ਸਰੀਰ ਦੇ ਨਾਮ ਤੇ ਲੱਗੇ ਆ। ਤੇ ਜਿੱਦਣ ਸਰੀਰ ਮਿੱਟੀ ਹੋ ਗਿਆ ਉਹ ਸਭ ਕੁਝ ਮਿੱਟੀ ਹੋ ਜਾਣਾ। ਅਸੀਂ ਆਪਣੇ ਤਨ ਤੇ ਉਹਨਾਂ ਚਾਬੀਆਂ ਦੇ ਗੁੱਛੇ ਨੂੰ ਜਿਹੜਾ ਹਰ ਵੇਲੇ ਨਾਲ ਰੱਖਦੇ ਆ ਸੰਭਾਲ ਸੰਭਾਲ ਕੇ, ਪਰ ਜਿੱਦਣ ਸਰੀਰ ਡੈੱਡ ਹੋ ਗਿਆ ਤੇ ਸਭ ਤੋਂ ਪਹਿਲਾਂ ਤੁਹਾਡੇ ਉਸ ਚਾਬੀਆਂ ਦੇ ਗੁੱਛੇ ਨੂੰ ਹੀ ਸਾਂਭਿਆ ਜਾਣਾ ਵੀ ਇਹਨੂੰ ਸਾਂਭ ਲਈਏ, ਕਿਉਂਕਿ ਇਹਦੇ ਕੰਮ ਤੇ ਹੁਣ ਆਉਣਾ ਕੋਈ ਨਹੀਂ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ, ਲੱਖ ਕਰੋੜ ਚਲਤੀ ਬਾਰ, ਨ ਕਛ ਮਿਲਿਓ ਲਈ ਲੰਗੋਟੀ ਤੋਰ। ਇਸ ਲਈ ਕਹਿ ਰਿਹਾ ਵੀ ਆ ਤੂੰ ਕੂੜ ਦੀ ਰਾਸ਼ੀ, ਤੂੰ ਕੂੜ ਦੀ ਪੂੰਜੀ ਇਕੱਠੀ ਕਰੀ ਜਾਣਾ, ਪਰ ਇਹ ਸਰੀਰ ਨੇ ਇੱਕ ਦਿਨ ਸਾਥ ਛੱਡਿਆ ਤੇ ਤੈਨੂੰ ਖਾਲੀ ਚੱਲਣਾ ਪੈਣਾ। ਤੇ ਜਦੋਂ ਖਾਲੀ ਚੱਲੇਗਾ ਫਿਰ ਤੈਨੂੰ ਦੁੱਖ ਭੋਗਣਾ ਪਏਗਾ, ਕਿਉਂਕਿ ਸਾਥ ਨਾ ਚੱਲੇ। ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਬਾਹਰ ਦਾ ਧਨ ਬਾਹਰ ਹੀ ਰਹਿ ਜਾਣਾ, ਤੇ ਜੇ ਅੰਦਰ ਨਾਮ ਦਾ ਧਨ ਇਕੱਠਾ ਨਾ ਕੀਤਾ ਫਿਰ ਸਭ ਕਹਿੰਦੇ ਇਹ ਨਾਮ ਦੇ ਧਨ ਤੋਂ ਬਿਨਾਂ ਜਾਣਾ ਕੋਈ ਨਹੀਂ। ਦੋ ਤਰ੍ਹਾਂ ਦਾ ਧਨ ਹੈ, ਕੱਚਾ ਤੇ ਸੱਚਾ। ਜਿਹੜਾ ਕੱਚਾ ਹੈ, ਕਾਚਾ ਧਨ ਫੁਨ ਆਵੇ ਜਾਏ ਦੀ ਖੇਡ ਹੈ, ਪਰ ਸੱਚਾ ਧਨ ਤੁਹਾਨੂੰ ਗੁਰੂ ਦੀ ਮੱਤ ਵਿੱਚੋਂ ਮਿਲਣਾ, ਆਪਣੀ ਮੱਤ ਦੇ ਨਾਲ ਨਹੀਂ। ਸਾਚਾ ਧਨ ਗੁਰਮਤੀ ਪਾਏ। ਜੇ ਅਸੀਂ ਆਪਣੀ ਮੱਤ ਨਾਲ ਸੱਚਾ ਧਨ ਇਕੱਠਾ ਕਰਾਂਗੇ ਤੇ ਨਹੀਂ ਹੋ ਸਕਦਾ। ਹਾਂ, ਜਦੋਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ ਤਾਂ ਇਹ ਸੱਚਾ ਧਨ ਇਕੱਠਾ ਕਰ ਸਕਦੇ ਹਾਂ। ਅਸਲ ਸ਼ਾਹੂਕਾਰ ਉਹ ਹੈ ਜਿਹਦੇ ਕੋਲ ਨਿਤਨੇਮ ਹੈ। ਅਸਲ ਧਨਾੜ ਉਹ ਹੈ ਜਿਹਦੇ ਕੋਲ ਨਿਤਨੇਮ ਹੈ, ਰੱਬੀ ਬਾਣੀ ਦਾ ਖਜ਼ਾਨਾ ਹੈ। ਤੇ ਜਿਹਦੇ ਕੋਲ ਨਿਤਨੇਮ ਨਹੀਂ, ਜਿਹਦੇ ਕੋਲ ਰੱਬੀ ਬਾਣੀ ਦਾ ਖਜ਼ਾਨਾ ਨਹੀਂ, ਉਹ ਭਾਵੇਂ ਬਾਹਰੋਂ ਕਰੋੜਾਂ ਪਤੀ ਕਿਉਂ ਨਾ ਹੋਵੇ, ਅਰਬਾਂ ਪਤੀ ਕਿਉਂ ਨਾ ਹੋਵੇ, ਲੱਖਾਂ ਪਤੀ ਕਿਉਂ ਨਾ ਹੋਵੇ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਉਹ ਕਰੋੜਾਂ ਪਤੀ ਜਿਹੜਾ ਉਹ ਸਭ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਣਾ। ਇਸ ਲਈ ਸਾਹਿਬ ਕਹਿੰਦੇ ਜ਼ਿੰਦਗੀ ਅੰਦਰ ਝਾਤ ਮਾਰ ਕੇ ਵੇਖ, ਤੂੰ ਕਿਹੜਾ ਲਾਹਾ ਲੈਣ ਵਾਸਤੇ ਆਇਆ, ਤੂੰ ਕਿਹੜੇ ਕਰਮ ਸੰਸਾਰ ਵਿੱਚ ਕਰ ਰਿਹਾ। ਤੇ ਜੇ ਤੇਰੇ ਕੋਲ ਸ਼ੁਭ ਗੁਣਾਂ ਦੀ ਰਾਸ਼ੀ ਨਹੀਂ ਹੈ ਤੇ ਤੂੰ ਭਗਤੀ ਨਹੀਂ ਕੀਤੀ, ਨਾਮ ਦਾ ਵਪਾਰੀ ਨਹੀਂ ਬਣਿਆ, ਬਿਨ ਰਾਸ਼ੀ ਸਭ ਖਾਲੀ ਚੱਲੇ। ਕੌਣ ਖਾਲੀ ਚੱਲੇ ਨੇ? ਮਨਮੁਖ ਭੂਲੇ ਲੋਕ ਸਬਾਏ। ਜਿਹੜੇ ਮਨ ਦੇ ਮਗਰ ਲੱਗਣ ਵਾਲੇ ਮਨਮੁਖ ਲੋਕ, ਭੁੱਲੇ ਹੋਏ ਲੋਕ ਨੇ, ਇਹ ਸ਼ੁਭ ਗੁਣਾਂ ਦੀ ਰਾਸ਼ੀ ਤੋਂ ਬਿਨਾਂ
ਖਾਲੀ ਚੱਲਦੇ ਨੇ, ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ। ਖਾਲੀ ਜਾਏ ਦੁੱਖ ਪਾਵਣਿਆ, ਤਾਂ ਜਦੋਂ ਇਹ ਖਾਲੀ ਜਾਂਦੇ ਆ ਫਿਰ ਇਹਨਾਂ ਨੂੰ ਦੁੱਖ ਭੋਗਣਾ ਪੈਂਦਾ ਹੈ। ਸਭ ਤੋਂ ਵੱਡਾ ਦੁੱਖ ਕਿਹੜਾ ਹੈ? ਪਰਮੇਸ਼ਵਰ ਤੋਂ ਵਿਛੜ ਕੇ ਜਨਮ ਮਰਨ ਆਵਾਗਮਨ ਦਾ। ਸਭ ਤੋਂ ਵੱਡਾ ਦੁੱਖ ਜਿਹੜਾ ਅਸੀਂ ਭੋਗ ਰਹੇ ਹਾਂ, ਅੱਜ ਦੇ ਨਹੀਂ, ਪਤਾ ਹੀ ਨਹੀਂ ਕਦੋਂ ਦੇ ਭੋਗ ਰਹੇ ਹਾਂ। ਬਹੁਤ ਜਨਮ ਵਿਛਰੇ ਥੇ ਮਾਧੋ, ਬਹੁਤ ਜਨਮਾਂ ਤੋਂ ਜਿਹੜਾ ਦੁੱਖ ਭੋਗ ਰਹੇ ਹਾਂ, ਸਾਡਾ ਉਸ ਪਾਸੇ ਧਿਆਨ ਹੀ ਕੋਈ ਨਹੀਂ। ਤੇ ਜਿਹੜੇ ਬਾਹਰੀ ਸੁੱਖ ਦੁੱਖ ਮਿਲਦੇ ਆ ਉਹਦੇ ਵੱਲ ਸਾਡਾ ਧਿਆਨ, ਔਰ ਸਾਡੀ ਅਰਦਾਸ ਵੀ ਬਾਹਰੀ ਦੁੱਖਾਂ ਦੀ ਹੋ ਰਹੀ ਹੈ। ਸਾਡੇ ਅੰਦਰ ਦਾ ਦੁੱਖ ਸੀ ਜਿਹੜੀ ਅਸੀਂ ਉਹਦੇ ਵਾਸਤੇ ਅਰਦਾਸ ਕਰਨੀ, ਪਰ ਉਧਰ ਧਿਆਨ ਗਿਆ ਹੀ ਨਹੀਂ, ਕਿਉਂਕਿ ਮਨ ਨੇ ਸੁਰਤ ਨੂੰ ਅੰਦਰ ਜਾਣ ਹੀ ਨਹੀਂ ਦਿੱਤਾ। ਮਨ ਆਪ ਬਾਹਰ ਭਟਕਦਾ ਹੈ ਤੇ ਇਹ ਸੁਰਤ ਨੂੰ ਵੀ ਬਾਹਰ ਹੀ ਰੱਖਦਾ ਹੈ। ਜਿਹਦਾ ਮਨ ਅੰਦਰ ਟਿਕੇਗਾ ਉਹਦੀ ਸੁਰਤ ਅੰਦਰ ਜਾਏਗੀ, ਤੇ ਜਦੋਂ ਸੁਰਤ ਅੰਦਰ ਜਾਏਗੀ ਤੇ ਪਤਾ ਲੱਗੇਗਾ ਵੀ ਦੁੱਖ ਤਾਂ ਅੰਦਰ ਹੈ, ਦੁੱਖ ਤਾਂ ਜੀਵ ਆਤਮਾ ਨੂੰ ਹੈ। ਸਭ ਕਹਿੰਦੇ ਜਦੋਂ ਰਾਸ਼ੀ ਸ਼ੁਭ ਗੁਣਾਂ ਦੀ ਪੂੰਜੀ ਤੋਂ ਬਿਨਾਂ ਖਾਲੀ ਚੱਲਣਾ ਪਿਆ ਤੇ ਖਾਲੀ ਜਾਏ ਜਾਂਦਿਆਂ ਦੁੱਖ ਪਾਵਣਿਆਂ ਦੁੱਖ ਭੋਗਣਾ ਪਏਗਾ। ਜਿਵੇਂ ਬਾਹਰੀ ਤੌਰ ਦੇ ਉੱਤੇ ਧਨ ਤੋਂ ਬਿਨਾਂ ਨਹੀਂ ਸਰਦਾ, ਇਸੇ ਤਰ੍ਹਾਂ ਅੰਦਰੂਨੀ ਜੀਵਨ ਵਿੱਚ ਨਾਮ ਦੇ ਧਨ ਤੋਂ ਬਿਨਾਂ ਨਹੀਂ ਸਰਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸੀ ਵੀ ਜੇ ਤੁਹਾਡਾ ਘਰ ਫਕੀਰੀ ਵਾਲਾ ਹੈ ਤੇ ਫਿਰ ਬਾਹਰੀ ਖਜ਼ਾਨੇ ਦੀ ਕੀ ਲੋੜ ਹੈ? ਸਾਹਿਬ ਕਹਿੰਦੇ ਦੌਲਤ ਗੁਜ਼ਰਾਨ ਹੈ, ਇਹ ਨਾਲ ਲਿਜਾਣ ਵਾਸਤੇ ਨਹੀਂ ਹੈ, ਇਹ ਗੁਜ਼ਰਾਨ ਵਾਸਤੇ ਹੈ, ਤਾਂ ਕਿ ਜ਼ਿੰਦਗੀ ਵਿੱਚ ਗੁਜ਼ਾਰਾ ਵਧੀਆ ਹੁੰਦਾ ਰਹੇ। ਇੰਨਾ ਕੁ ਧਨ ਪੱਲੇ ਹੋਵੇ ਕਿ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ। ਜਿਵੇਂ ਬਾਹਰ ਧਨ ਤੋਂ ਬਿਨਾਂ ਕੋਈ ਕੰਮ ਨਹੀਂ ਸਵਰਦਾ, ਕੋਈ ਕੰਮ ਪੂਰਾ ਨਹੀਂ ਹੋਏਗਾ। ਤੁਸੀਂ ਭਾਵੇਂ ਬਾਹਰ ਦਾ ਸਫ਼ਰ ਵੀ ਕਰਨਾ ਹੋਵੇ ਤੇ ਖਾਲੀ ਜੇਬ ਲੈ ਕੇ ਤੁਸੀਂ ਸਫ਼ਰ ਨਹੀਂ ਕਰ ਸਕਦੇ। ਬੜੀਆਂ ਔਂਕੜਾਂ ਮੁਸ਼ਕਲਾਂ ਆਉਣਗੀਆਂ ਤੁਹਾਨੂੰ। ਤੁਸੀਂ ਬਾਹਰੀ ਆਪਣਾ ਇਲਾਜ ਕਰਵਾਉਣਾ ਹੋਵੇ, ਉਹ ਬਿਨਾਂ ਧਨ ਤੋਂ ਨਹੀਂ ਹੋ ਸਕਦਾ। ਤੁਸੀਂ ਪੜ੍ਹਾਈ ਲਿਖਾਈ ਆਪਣੀ ਕਰਵਾਉਣੀ ਹੋਵੇ, ਬਿਨਾਂ ਧਨ ਤੋਂ ਕੁਛ ਵੀ ਬਾਹਰੀ ਤੌਰ ਤੇ ਧਨ ਤੋਂ ਬਿਨਾਂ ਨਹੀਂ, ਇਹ ਗੁਜ਼ਰਾਨ ਹੈ। ਸਭ ਕਹਿੰਦੇ ਜੇ ਤੇਰਾ ਬਾਹਰੋਂ ਧਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ ਤੇ ਫਿਰ ਅੰਦਰ ਨਾਮ ਦੇ ਧਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਅੰਦਰ ਵੀ ਤੈਨੂੰ ਨਾਮ ਦਾ ਧਨ ਚਾਹੀਦਾ ਹੈ। ਉਹਦੇ ਵਾਸਤੇ ਗੁਰੂ ਦੇ ਦਰ ਤੇ ਆ ਕੇ ਤੈਨੂੰ ਨਾਮ ਦਾ, ਇਹ ਨਾਮ ਦੀ ਰਾਸ ਪੂੰਜੀ ਲੈਣੀ ਪਏਗੀ। ਪਰ ਜੇ ਤੂੰ ਮਨਮੁਖ ਬਣ ਕੇ ਰਿਹਾ, ਫਿਰ ਜਦੋਂ ਚੱਲਣਾ ਫਿਰ ਚੱਲੇ ਖਾਲੀ, ਖਾਲੀ ਜਾਏ ਦੁੱਖ ਪਾਵਣਿਆ। ਫਿਰ ਜਦੋਂ ਖਾਲੀ ਹੱਥ ਚੱਲਣਾ ਤੇ ਦੁੱਖ ਭੋਗਣਾ ਪੈਂਦਾ ਹੈ। ਇੱਕ ਸੱਚ ਵਣਜ ਹੈ ਗੁਰ ਸ਼ਬਦ ਪਿਆਰੇ, ਆਪ ਤਰਹਿ ਸਗਲੇ ਕੁਲ ਤਾਰੇ। ਆਏ ਸੇ ਪਰਵਾਣ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ। ਇੱਕ ਸੱਚ ਵਣਜਹਿ, ਵਣਜਹਿ ਬਹੁਵਚਨ ਹੈ, ਇਹਦਾ ਮਤਲਬ ਇੱਕ ਵੀ ਬਹੁਵਚਨ ਹੈ, ਕਿਉਂਕਿ ਇੱਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੋਈ ਹੈ। ਤੇ ਗੁਰਬਾਣੀ ਪੜ੍ਹਨ ਵਾਲੇ ਇਸ ਗੱਲ ਦੀ ਸਮਝ ਰੱਖਦੇ ਆ ਕਿ ਜਿੱਥੇ ਇੱਕ ਕੱਕੇ ਨੂੰ ਸਿਹਾਰੀ ਹੋਵੇ ਉੱਥੇ ਬਚਨ ਉਹ ਬਚਨ, ਭਾਵ ਕਈ ਜਿਹੜੇ ਨੇ ਉਹ ਸੱਚ ਵਣਜਹਿ, ਸੱਚ ਦਾ ਵਪਾਰ ਕਰਦੇ ਨੇ, ਸੱਚੇ ਨਾਮ ਦਾ ਅਭਿਆਸ ਕਰਦੇ ਨੇ। ਗੁਰ ਸ਼ਬਦ ਪਿਆਰੇ, ਹੁਣ ਉਹ ਕਿਹੜੇ ਨੇ ਕਈ? ਜਿਹੜੇ ਕਈ ਸੱਚ ਦਾ ਵਣਜ ਕਰਦੇ ਨੇ ਉਹ ਕੌਣ ਨੇ? ਕਹਿੰਦੇ ਗੁਰ ਸ਼ਬਦ ਪਿਆਰੇ। ਜਿਹੜਾ ਗੁਰੂ ਚਰਨਾਂ ਦੇ ਵਿੱਚ ਜੁੜ ਕੇ, ਸ਼ਬਦ ਨਾਲ ਜੁੜ ਕੇ ਗੁਰੂ ਦੇ ਪਿਆਰੇ ਨੇ, ਭਾਵ ਗੁਰਮੁਖ ਨੇ।
ਇੱਥੇ ਪਿਆਰੇ ਦਾ ਅਰਥ ਹੈ ਗੁਰਮੁਖ, ਗੁਰੂ ਸਾਹਿਬ ਦੇ ਸਨਮੁਖ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਨਾਲ ਸਾਂਝ ਪਾ ਲਈ। ਤੇ ਸ਼ਬਦ ਨਾਲ ਸਾਂਝ ਪਾਉਣ ਵਾਲੇ ਕਈ ਫਿਰ ਗੁਰਮੁਖ ਸੱਚ ਨੂੰ ਵਣਜਦੇ ਹਨ, ਸੱਚ ਦਾ ਵਪਾਰ ਕਰਦੇ ਨੇ, ਉਹ ਸੱਚ ਦੇ ਵਪਾਰੀ ਬਣਦੇ ਨੇ। ਤੇ ਜਿਹੜੇ ਸੱਚ ਦਾ ਵਪਾਰ, ਸੱਚ ਦੇ ਵਪਾਰੀ ਬਣ ਕੇ ਨਾਮ ਦੀ ਕਮਾਈ ਕਰਦੇ ਨੇ, ਆਪ ਤਰਹਿ ਸਗਲੇ ਕੁਲ ਤਾਰੇ, ਉਹ ਆਪ ਵੀ ਤਰ ਜਾਂਦੇ ਨੇ, ਫਿਰ ਉਹ ਆਪਣੀ ਕੁੱਲ ਨੂੰ ਵੀ ਤਾਰ ਦਿੰਦੇ ਨੇ। ਕੁੱਲ ਜੋ ਸਾਡਾ ਇਹ ਮਨੁੱਖਾ ਜਨਮ, ਇਹਦੇ ਵਿੱਚ ਸਾਨੂੰ ਜੋ ਗਿਆਨ ਇੰਦਰੇ ਦਿੱਤੇ ਨੇ, ਕਰਮ ਇੰਦਰੇ, ਮਨ, ਸੁਰਤ, ਚਿੱਤ, ਇਹ ਸਾਡਾ ਪਰਿਵਾਰ ਹੈ। ਤੇ ਜਿਹਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੱਚ ਦਾ ਵਣਜ, ਸੱਚ ਦਾ ਵਪਾਰ ਕੀਤਾ, ਉਹ ਜੀਵ ਆਤਮਾ ਕਰਕੇ ਤਾਂ ਤਰਦਾ ਹੀ ਤਰਦਾ ਹੈ। ਉਹ ਗਿਆਨ ਇੰਦਰੇ ਤੇ ਕਰਮ ਇੰਦਰੇ, ਸੁਰਤ, ਮਤ, ਮਨ, ਬੁੱਧ ਕਰਕੇ ਵੀ ਤਰ ਜਾਂਦਾ ਹੈ। ਦੂਸਰਾ ਅਰਥ ਕੁੱਲ ਦਾ, ਅਸੀਂ ਆਪਣੀ ਆਪਣੀ ਕੁੱਲ ਬਾਹਰੋਂ ਬਣਾ ਲਈ ਕਿ ਇਹ ਫਲਾਣੀ ਕੁੱਲ ਦਾ ਹੈ, ਇਹ ਫਲਾਣੀ ਕੁੱਲ ਦਾ ਹੈ, ਇਹ ਫਲਾਣੀ ਕੁੱਲ ਦਾ ਹੈ। ਪਰ ਜਿਹੜੀ ਕੁੱਲ ਵਿੱਚ ਅਸੀਂ ਸਾਰੇ ਆਏ ਹਾਂ, ਉਸ ਪਾਸੇ ਧਿਆਨ ਹੀ ਕੋਈ ਨਹੀਂ। ਅਸੀਂ ਬਾਹਰੋਂ ਵੰਡ ਕੇ ਰਹਿ ਗਏ, ਫਲਾਣੀ ਜਾਤੀ ਦਾ ਹੈ, ਇਹ ਫਲਾਣੀ ਜਾਤੀ ਦਾ ਹੈ, ਪਰ ਜਿਹੜੀ ਸਾਡੀ ਅਸਲ ਜਾਤੀ ਹੈ ਉਸ ਪਾਸੇ ਧਿਆਨ ਹੀ ਕੋਈ ਨਹੀਂ। ਅਸੀਂ ਮਨੁੱਖਾ ਜਨਮ ਵਿੱਚ ਆਏ ਹਾਂ ਤੇ ਇਹ ਸਾਰੀ ਮਨੁੱਖਤਾ ਹੀ ਇੱਕ ਕੁੱਲ ਹੈ। ਅਸੀਂ ਮਨੁੱਖਾ ਜਨਮ ਵਿੱਚ ਆਏ ਹਾਂ ਤੇ ਇਹ ਮਨੁੱਖਾ ਜਨਮ ਹੀ ਸਾਡੀ ਇੱਕ ਜਾਤੀ ਹੈ। ਪਰ ਮਨੁੱਖਤਾ ਵਾਲੀ ਜਾਤੀ ਸਾਡੇ ਦਿਮਾਗ ਵਿੱਚੋਂ ਕੱਢ ਕੇ ਸਾਨੂੰ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਦੇ ਵਿੱਚ ਉਲਝਾ ਦਿੱਤਾ ਗਿਆ। ਸਾਨੂੰ ਇਹ ਮਨੁੱਖਤਾ ਵਾਲੀ ਕੁੱਲ ਜਿਹੜੀ ਸੀ ਸਾਡੇ ਦਿਮਾਗ ਵਿੱਚੋਂ ਦੀ ਕੱਢ ਕੇ ਤੇ ਸਾਨੂੰ ਹੋਰ ਹੋਰ ਕੁੱਲ ਵਿੱਚ ਉਲਝਾ ਦਿੱਤਾ ਗਿਆ। ਅਸੀਂ ਆਪਣੀ ਕੁੱਲਾਂ ਦਾ ਹੀ ਮਾਣ ਕਰੀ ਜਾਂਦੇ ਹਾਂ ਕਿ ਇਹ ਫਲਾਣੀ ਕੁੱਲ ਦਾ, ਇਹ ਫਲਾਣੀ ਕੁੱਲ ਦਾ, ਪਰ ਜਿਹੜੀ ਸਾਡੀ ਮਨੁੱਖਤਾ ਵਾਲੀ ਕੁੱਲ ਹੈ ਉਹ ਸਾਨੂੰ ਭੁੱਲੀ ਬੈਠੀ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਜਿਹੜਾ ਆਪ ਸੱਚੇ ਨਾਮ ਦਾ ਵਣਜ ਕਰਕੇ ਤਰਦਾ ਹੈ, ਉਹ ਫਿਰ ਇਕੱਲਾ ਨਹੀਂ ਤਰਦਾ, ਉਹ ਆਪਣੀ ਕੁੱਲ ਨੂੰ ਵੀ ਤਾਰਦਾ ਹੈ। ਆਪ ਮੁਕਤ ਮੁਕਤ ਕਰੇ ਸੰਸਾਰ, ਉਹ ਫਿਰ ਆਪ ਵੀ ਸੱਚੇ ਨਾਮ ਦਾ ਵਣਜ ਕਰਦਾ ਤੇ ਜਿੰਨੇ ਵੀ ਉਹਨੂੰ ਮਨੁੱਖ ਮਿਲਦੇ ਨੇ, ਮਨੁੱਖਤਾ ਦੀ ਕੁੱਲ ਵਿੱਚ ਮਿਲਦੇ ਆ, ਉਹ ਸਾਰਿਆਂ ਨੂੰ ਪ੍ਰੇਰਦਾ ਹੈ ਕਿ ਤੁਸੀਂ ਵੀ ਸੱਚ ਦਾ ਵਣਜ ਕਰਿਆ ਕਰੋ, ਤੁਸੀਂ ਵੀ ਸੱਚੇ ਨਾਮ ਦਾ ਅਭਿਆਸ ਕਰਿਆ। ਹੁਣ ਜਿਹੜਾ ਗੁਰੂ ਦੁਆਰੇ ਆਉਂਦਾ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਇਕੱਲਾ ਨਾ ਆਵਾਂ, ਜਿਹੜਾ ਵੀ ਮੈਨੂੰ ਮਿਲੇ ਮੈਂ ਹਰ ਇੱਕ ਨੂੰ ਕਹਾਂ ਕਿ ਤੂੰ ਗੁਰੂ ਘਰ ਵਿੱਚ ਆਇਆ ਕਰ, ਗੁਰੂ ਚਰਨਾਂ ਵਿੱਚ ਜੁੜਿਆ ਕਰ, ਗੁਰੂ ਸਾਹਿਬ ਦੀ ਬਾਣੀ ਨੂੰ ਸੁਣਿਆ ਕਰ। ਤੇ ਜਿਹੜਾ ਆਪ ਗੁਰੂ ਦੇ ਦਰ ਤੇ ਨਹੀਂ ਆਇਆ, ਗੁਰਬਾਣੀ ਨਹੀਂ ਸੁਣਦਾ, ਉਹ ਕਦੇ ਕਿਸੇ ਨੂੰ ਕਹਿ ਹੀ ਨਹੀਂ ਸਕਦਾ। ਇਹਦਾ ਮਤਲਬ ਨਾ ਉਹ ਆਪ ਤਰ ਸਕਦਾ, ਨਾ ਕਿਸੇ ਨੂੰ ਤਾਰ ਸਕਦਾ, ਨਾ ਉਹ ਆਪਣਾ ਭਲਾ ਕਰ ਸਕਦਾ, ਨਾ ਉਹ ਕਿਸੇ ਦਾ ਭਲਾ ਕਰ ਸਕਦਾ, ਨਾ ਆਪ ਮੁਕਤ ਹੋ ਸਕਦਾ, ਨਾ ਕਿਸੇ ਨੂੰ ਮੁਕਤ ਕਰ ਸਕਦਾ। ਕੁੱਲ ਦਾ ਅਰਥ ਹੈ ਵੀ ਆਪ ਵੀ ਗੁਰੂ ਸਾਹਿਬ ਦੇ ਘਰ ਵਿੱਚ ਆਉਣਾ। ਤੇ ਜਿਹੜਾ ਇਨਸਾਨ ਮਿਲਿਆ, ਇਹ ਨਹੀਂ ਦੇਖਿਆ ਵੀ ਇਹ ਕਿਹੜੇ ਧਰਮ ਵਰਗ ਦਾ ਹੈ, ਇਹ ਨਹੀਂ ਦੇਖਿਆ ਵੀ ਇਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦ ਹੈ, ਵੈਸ਼ ਹੈ। ਉਹਨੂੰ ਕੇਵਲ ਮਨੁੱਖ ਵੇਖ ਕੇ, ਇਨਸਾਨ ਵੇਖ ਕੇ ਆਖਿਆ ਵੀ ਆਪਾਂ ਗੁਰੂ ਦੇ ਦਰ ਤੇ ਚੱਲੀਏ ਤੇ ਚੱਲ ਕੇ ਗੁਰਬਾਣੀ ਦਾ ਅਭਿਆਸ ਕਰੀਏ। ਇਸ ਲਈ ਮਹਾਰਾਜ ਕਹਿੰਦੇ ਫਿਰ ਉਹ ਜਿਹੜੇ ਗੁਰੂ ਚਰਨਾਂ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ ਸੱਚ ਦਾ ਵਣਜ ਕਰਨ ਵਾਲੇ ਨੇ, ਉਹ ਆਪ ਤਾਂ ਤਰਦੇ ਹੀ ਤਰਦੇ ਨੇ, ਆਪਣੀ ਕੁੱਲ ਨੂੰ ਵੀ ਤਾਰ ਦਿੰਦੇ ਨੇ। ਪਿਛਲੇ ਦਿਨੀ ਵੀ ਆਪ ਜੀ ਨਾਲ ਇੱਕ ਸਾਂਝ ਪਾਈ ਸੀ ਕਿ ਇੱਕ ਸਨਾਤਨ ਧਰਮ ਦਾ ਬੱਚਾ
ਗੁਰੂ ਘਰ ਦੇ ਵਿੱਚ ਆਉਂਦਾ ਜਿਹਨੂੰ ਸਿੱਖੀ ਬਾਰੇ ਕੁਝ ਵੀ ਨਹੀਂ ਪਤਾ, ਜਿਹਨੂੰ ਗੁਰਬਾਣੀ ਬਾਰੇ ਕੁਝ ਵੀ ਨਹੀਂ ਪਤਾ ਵੀ ਗੁਰਬਾਣੀ ਕੀ ਹੈ, ਗੁਰੂ ਸ਼ਬਦ ਕੀ ਸਮਝਾਉਂਦਾ, ਕੁਝ ਨਹੀਂ ਪਤਾ। ਪਰ ਇੱਕ ਦਿਨ ਐਸੀ ਬਖਸ਼ਿਸ਼ ਉਹਦੇ ਤੇ ਹੋ ਗਈ ਕਿ ਗੁਰਬਾਣੀ ਸੁਣਨ ਲੱਗ ਗਿਆ, ਗੁਰਬਾਣੀ ਅਨੁਸਾਰ ਜੀਵਨ ਜਿਉਣ ਲੱਗ ਪਿਆ। ਤੇ ਜਦੋਂ ਗੁਰਬਾਣੀ ਅਨੁਸਾਰ ਜੀਵਨ ਜੀਵਿਆ ਫਿਰ ਉਹ ਬਾਣੀ ਦੇ ਰੰਗ ਵਿੱਚ ਵੀ ਰੰਗਿਆ ਗਿਆ। ਔਰ ਜਦੋਂ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਿਆ ਤੇ ਘਰ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਵੀ ਇਹ ਤੋਂ ਕਿਹੜੇ ਨਵੇਂ ਰਾਹ ਪੈ ਗਿਆ, ਇਹ ਸਾਡਾ ਰਾਹ ਨਹੀਂ ਹੈ, ਇਹ ਤੇ ਰਾਹ ਹੋਰ ਹੈ। ਪਰ ਉਹਨੇ ਆਪਣੇ ਪਰਿਵਾਰ ਨੂੰ ਬੈਠ ਕੇ ਸਮਝਾਇਆ ਕਿ ਗੁਰਬਾਣੀ ਇਹ ਜਿਹੜੀਆਂ ਜਾਤ ਪਾਤ ਦੀਆਂ ਗੱਲਾਂ ਨਹੀਂ ਕਰਦੀ, ਗੁਰਬਾਣੀ ਇਨਸਾਨੀਅਤ ਦੀ ਗੱਲ, ਮਨੁੱਖਤਾ ਦੀ ਗੱਲ, ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਗੁਰਬਾਣੀ ਇੱਕ ਨਹੀਂ, ਸਰਬ ਸਾਂਝੀ ਗੁਰਬਾਣੀ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹ ਹਰ ਇੱਕ ਦੇ ਵਾਸਤੇ ਬਾਣੀ ਹੈ। ਜਦੋਂ ਪਰਿਵਾਰ ਦੇ ਜੀਆਂ ਨੂੰ ਸਮਝਾਇਆ, ਇੱਕ ਇੱਕ ਕਰਕੇ ਪੂਰੇ ਪਰਿਵਾਰ ਨੂੰ ਸਮਝ ਆ ਗਈ। ਤੇ ਜਿਹੜਾ ਕਦੇ ਬਾਣੀ ਨਾ ਸੁਣਦਾ ਸੀ ਤੇ ਨਾ ਕਦੇ ਉਹਦਾ ਧਿਆਨ ਬਾਣੀ ਵੱਲ ਗਿਆ, ਉਹ ਇੱਕ ਬੱਚੇ ਨੇ ਆਪਣੇ ਪੂਰੇ ਦੇ ਪੂਰੇ ਪਰਿਵਾਰ ਨੂੰ ਬਾਣੀ ਨਾਲ ਜੋੜ ਦਿੱਤਾ। ਉਹਨੇ ਆਪਣੇ ਭੈਣ ਭਰਾਵਾਂ ਨੂੰ, ਆਪਣੇ ਮਾਂ-ਬਾਪ ਨੂੰ, ਘਰ ਦੇ ਬਜ਼ੁਰਗ ਸਾਰਿਆਂ ਨੂੰ ਗੁਰਬਾਣੀ ਨਾਲ ਜੋੜਤਾ। ਇਹਦਾ ਮਤਲਬ ਆਪ ਤਾਂ ਉਹ ਮੁਕਤ ਹੋਇਆ ਹੀ ਹੋਇਆ, ਪਰ ਉਹਨੇ ਆਪਣਾ ਪਰਿਵਾਰ ਵੀ ਮੁਕਤ ਕਰਵਾ ਲਿਆ। ਇਸ ਲਈ ਸਾਹਿਬ ਕਹਿੰਦੇ ਆਪ ਤਰਹਿ ਸਗਲੇ ਕੁਲ ਤਾਰੇ। ਤੇ ਜਿਹੜੇ ਆਪ ਤਰੇ ਕੁਲ ਨੂੰ ਵੀ ਤਾਰਦੇ ਆ, ਆਪ ਵੀ ਮੁਕਤ ਹੋਏ, ਦੂਜਿਆਂ ਨੂੰ ਵੀ ਮੁਕਤ ਕਰਦੇ ਆ। ਆਏ ਸੇ ਪਰਵਾਨ ਹੋਏ, ਉਹਨਾਂ ਦਾ ਅਸਲ ਵਿੱਚ ਆਉਣਾ ਪਰਵਾਨ ਹੋ ਗਿਆ। ਉਹਨਾਂ ਦਾ ਮਨੁੱਖਾ ਜਨਮ ਦੇ ਵਿੱਚ ਆਇਆ ਹੋਇਆ ਪਰਵਾਨ ਹੋ ਗਿਆ। ਉਹ ਇਨਸਾਨੀਅਤ ਤਲ ਤੇ ਮਾਲਕ ਦੇ ਘਰ ਪਰਵਾਨੇ ਗਏ। ਹੁਣ ਪਰਵਾਨ ਹੋਣ ਵਾਸਤੇ ਕੀ ਕਰਨਾ ਪਏਗਾ? ਪਹਿਲਾਂ ਗੁਰੂ ਦੀ ਗੱਲ ਸੁਣਨੀ ਪਏਗੀ, ਫਿਰ ਗੱਲ ਸੁਣ ਕੇ ਮੰਨਣੀ ਪਏ। ਕੱਲੀ ਗੱਲ ਸੁਣਨੀ ਨਹੀਂ, ਉਹਨੂੰ ਮੰਨਣਾ ਵੀ ਪਏਗਾ। ਤੇ ਜਿਹਨੇ ਸੁਣ ਕੇ ਮੰਨ ਕੇ ਅੰਦਰ ਭਾਵਨਾ ਬਣਾਈ, ਉਹ ਫਿਰ ਮਾਲਕ ਦੇ ਘਰ ਪਰਵਾਨ ਹੋਏ। ਜਿਨ੍ਹਾਂ ਨੇ ਨਾ ਸੁਣਿਆ ਨਾ ਮੰਨਿਆ, ਉਹ ਪਰਵਾਨ ਨਹੀਂ ਹੋ ਸਕੇ। ਪਰਵਾਨ ਕੌਣ ਹੋਇਆ? ਜਿਹਨੇ ਸੁਣਨ ਤੇ ਮੰਨਣ ਵਾਲੀਆਂ ਪੌੜੀਆਂ ਨੂੰ ਸਮਝ ਲਿਆ। ਫਿਰ ਪੰਜ ਪਰਵਾਨ ਪੰਜ ਪ੍ਰਧਾਨ ਪੰਚੈ ਪਾਵੈ ਦਰਗਹ ਮਾਨ। ਉਹ ਫਿਰ ਉਸ ਮਾਲਕ ਦੇ ਘਰ ਵਿੱਚ ਮਾਣ ਤੇ ਇੱਜ਼ਤ ਪਾਉਂਦੇ ਆ। ਆਏ ਸੇ ਪਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਮਿਲ ਕੇ ਪ੍ਰੀਤਮ ਪਿਆਰੇ ਨੂੰ ਮਿਲ ਕੇ ਉਹਨਾਂ ਨੇ ਸੁਖ ਪਾ ਲਿਆ। ਗੁਰੂ ਦੇ ਸ਼ਬਦ ਨਾਲ ਜਿਹੜੇ ਜੁੜੇ, ਉਹਨਾਂ ਨੇ ਸੱਚ ਦਾ ਵਣਜ ਕੀਤਾ। ਜਿਨ੍ਹਾਂ ਨੇ ਸੱਚ ਦਾ ਵਣਜ ਕੀਤਾ, ਵਪਾਰ ਕੀਤਾ, ਸੱਚ ਦਾ ਸੌਦਾ ਇਕੱਠਾ ਕੀਤਾ, ਉਹਨਾਂ ਨੇ ਫਿਰ ਸਰਬੱਤ ਦਾ ਭਲਾ ਵੀ ਕੀਤਾ। ਤੇ ਸਰਬੱਤ ਦਾ ਭਲਾ ਕਰਨ ਵਾਲਾ ਉਸ ਮਾਲਕ ਦੇ ਘਰ ਪਰਵਾਨ ਹੋਇਆ। ਤੇ ਪਰਵਾਨ ਹੋਏ ਨੂੰ ਜਿਹੜਾ ਪ੍ਰੀਤਮ ਸੀ, ਪਿਆਰਾ, ਸਾਰੇ ਸੰਸਾਰ ਦਾ ਮਾਲਕ, ਉਹ ਜਦੋਂ ਮਿਲਿਆ ਤੇ ਮਿਲ ਪ੍ਰੀਤਮ ਸੁਖ ਪਾਵਣਿਆ। ਉਹਨਾਂ ਗੁਰਮੁਖਾਂ ਨੂੰ ਫਿਰ ਸੁਖ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੇ ਪਿਆਰੇ ਨੂੰ ਮਿਲ ਕੇ ਆਪਣਾ ਜੀਵਨ ਸਫਲਾ ਕਰ ਲਿਆ। ਇਸ ਲਈ ਕਬੀਰ ਜੀ ਨੇ ਆਖਿਆ ਸੀ ਕਿ ਜਿਹੜੇ ਆਏ ਦੁਨੀਆ ਵਿੱਚ ਤੇ ਮਾਲਕ ਦੇ ਘਰ ਪਰਵਾਨ ਹੋ ਕੇ ਗਏ, ਉਹਨਾਂ ਵਾਸਤੇ ਰੋਣਾ ਨਹੀਂ ਚਾਹੀਦਾ। ਜਿਸ ਪ੍ਰਾਣੀ ਨੇ ਆਪਣੇ ਜੀਵਨ ਵਿੱਚ ਨਿਤ ਦਾ ਨੇਮ ਕਦੇ ਨਾ ਛੱਡਿਆ ਹੋਵੇ, ਗੁਰੂ ਦਰ ਦਾ ਆਸਰਾ ਕਦੇ ਨਾ ਛੱਡਿਆ ਹੋਵੇ, ਜਿਨੇ ਸਤ ਸੰਤੋਖ ਦਇਆ ਧਰਮ ਖਿਮਾ ਵਾਲਾ ਗੁਣ ਲੈ ਕੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੋਵੇ, ਉਹਦੇ ਸਰੀਰ ਛੱਡਣ ਤੋਂ ਬਾਅਦ ਧਾਹਾਂ ਮਾਰ ਕੇ ਰੋਣਾ ਨਹੀਂ ਚਾਹੀਦਾ। ਕਿਉਂਕਿ ਉਹ ਆਪਣਾ ਜੀਵਨ ਲੇਖੇ ਲਾ ਕੇ, ਜਿਹੜਾ ਵਣਜ ਕਰਨ ਆਇਆ ਸੀ ਉਹ ਆਪਣਾ ਵਣਜ ਕਰਕੇ ਗਿਆ। ਹੁਣ ਜੇ ਕੋਈ ਵਪਾਰੀ ਆਪਣਾ ਵਪਾਰ ਕਰਕੇ ਖੱਟ ਕੇ ਕੁਝ ਲਿਆਏ ਤੇ ਘਰ ਆਉਂਦਿਆਂ ਸਾਰੇ ਰੋਣ ਲੱਗ ਜਾਂਦੇ ਆ।
ਸਾਰਾ ਪਰਿਵਾਰ ਰੋਣ ਲੱਗ ਜਾਏਗਾ? ਨਹੀਂ, ਸਗੋਂ ਖੁਸ਼ ਹੋਏਗਾ ਕਿ ਸਾਡੇ ਘਰ ਦਾ ਇੱਕ ਜੀ ਵਪਾਰ ਕਰਕੇ 4 ਪੈਸੇ ਖੱਟ ਕੇ ਘਰ ਲੈ ਕੇ ਆਇਆ। ਉਹ ਰੋਂਦਾ ਨਹੀਂ, ਸਗੋਂ ਖੁਸ਼ ਹੁੰਦਾ ਹੈ। ਤੇ ਜਿਹੜੇ ਗੁਰਮੁਖ ਬਣ ਕੇ ਆਪਣਾ ਜਨਮ ਸਵਾਰ ਕੇ ਗੁਰਮਤ ਅਨੁਸਾਰ ਜੀ ਕੇ ਜਿਉਂਦੇ ਆ, ਉਹਨਾਂ ਵਾਸਤੇ ਤਾਹਾਂ ਮਾਰ ਕੇ ਰੋਣਾ ਨਹੀਂ। ਰੋਣਾ ਕਿਹਦੇ ਵਾਸਤੇ ਚਾਹੀਦਾ ਹੈ? ਜਿਹੜਾ ਕਦੇ ਗੁਰੂ ਦਰ ਤੇ ਨਾ ਆਇਆ ਹੋਵੇ। ਰੋਣਾ ਕਿਹਦੇ ਲਈ ਚਾਹੀਦਾ? ਜਿਹਨੂੰ ਆਪਣੀ ਜ਼ਿੰਦਗੀ ਦੀ ਸੋਝੀ ਨਾ ਆਈ ਹੋਵੇ, ਜਿਹਨੇ ਕਦੇ ਪਰਮੇਸ਼ਵਰ ਦੇ ਨਾਮ ਦੀ ਕਮਾਈ ਨਾ ਕੀਤੀ ਹੋਵੇ, ਜਿਹਦੇ ਵਿੱਚ ਸ਼ੁਭ ਗੁਣ ਨਾ ਹੋਣ, ਅਵਗੁਣਾਂ ਨਾਲ ਭਰਿਆ ਹੀ ਜ਼ਿੰਦਗੀ ਲੰਘ ਗਈ ਜਿਹਦੀ, ਉਹਦੇ ਵਾਸਤੇ ਰੋਵੋ ਵੀ ਇਹਦਾ ਕੀ ਬਣੇਗਾ ਹੁਣ? ਕਿਉਂਕਿ ਇਹ ਆਪਣਾ ਮੂਲ ਵੀ ਗਵਾ ਕੇ ਚੱਲਿਆ, ਇਹਦੇ ਪੱਲੇ ਕੱਖ ਨਹੀਂ ਸੀ। ਇਹ ਤਾਂ ਇੱਥੇ ਵੀ ਦੁੱਖ ਭੋਗਿਆ, ਅਗਾਂਹ ਵੀ ਦੁੱਖ ਮਿਲਣਾ। ਇੱਥੇ ਦੁੱਖ ਕਨੇਰਿਆਂ, ਅੱਗੇ ਠੌਰ ਨਾ ਠਾਓ, ਉਹਦੇ ਵਾਸਤੇ ਰੋਵੋ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਗ੍ਰਹਿ ਦਾ ਮਤਲਬ ਘਰ, ਤੇ ਜਾਣਾ ਕਿਨੇ ਆ? ਅਸੀਂ ਤੇ ਰੋਜ਼ ਆਪਣੇ ਘਰ ਸ਼ਾਮ ਨੂੰ ਪਹੁੰਚ ਜਾਂਦੇ ਆ। ਅਸੀਂ ਤੇ ਦਿਹਾੜੀ ਵਿੱਚ 20 ਵਾਰ ਆਪਣੇ ਘਰ ਪਹੁੰਚ ਜਾਂਦੇ ਆ। ਇਹ ਬਾਹਰ ਦਾ ਘਰ ਨਹੀਂ। ਜੋ ਸਾਡੇ ਇਸ ਸਰੀਰ ਅੰਦਰ ਜੀਵ ਆਤਮਾ ਹੈ, ਉਸ ਜੀਵ ਆਤਮਾ ਦਾ ਪਰਮੇਸ਼ਵਰ ਦੇ ਘਰ ਵਿੱਚ ਪਹੁੰਚਣਾ ਉਹ ਘਰ। ਜਿਹੜੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਜਿਹੜਾ ਆਪਣੇ ਘਰ ਕਮਾਈ ਕਰਕੇ ਚਲਾ ਗਿਆ, ਉਹਦੇ ਵਾਸਤੇ ਕਾਹਦਾ ਰੋਣਾ? ਰੋਵੋ ਸਾਕਤ ਬਾਪੜੇ, ਜੋ ਹਟੈ ਹਾਟ ਬਿਕਾਏ। ਜਿਹੜੇ ਇੱਕ ਹੱਟੀ ਤੋਂ ਉੱਠ ਕੇ ਦੂਜੀ ਹੱਟੀ ਤੇ, ਇੱਥੇ ਸੌਦਾ ਨਹੀਂ ਹੋਇਆ, ਵਪਾਰ ਨਹੀਂ ਕੀਤਾ, ਇੱਥੇ ਨੁਕਸਾਨ ਹੀ ਨੁਕਸਾਨ ਹੋਇਆ, ਉਹ ਫਿਰ ਕਿਸੇ ਦੂਜੇ ਹੱਟੀ ਤੇ ਜਾ ਕੇ ਬਹਿੰਦਾ ਵੀ ਇੱਥੇ ਮੁਨਾਫਾ ਹੋ ਜਾਏਗਾ। ਫਿਰ ਉੱਥੋਂ ਉੱਠ ਕੇ ਤੀਜੀ, ਉੱਥੋਂ ਉੱਠ ਕੇ ਚੌਥੀ, ਬਸ ਹੱਟੀਆਂ ਬਦਲਦਾ ਪਿਆ। ਉਹਦੇ ਵਾਸਤੇ ਰੋਵੋ ਵੀ ਇਹਨੂੰ ਆਪਣਾ ਘਰ ਕਦੋਂ ਮਿਲੇਗਾ। ਇਹ ਵਪਾਰ ਕਰਕੇ ਇਹ ਕਦੋਂ ਮਾਲਕ ਦੇ ਘਰ ਪ੍ਰਵਾਨ ਹੋਵੇਗਾ। ਹੱਟੀ ਦਾ ਮਤਲਬ ਆ ਸਰੀਰ ਇੱਕ ਹੱਟੀ ਹੈ। ਹੁਣ ਜੀਵ ਆਤਮਾ ਨੇ ਇਸ ਹੱਟੀ ਤੇ ਆ ਕੇ ਬਹਿਣਾ ਕੀਤਾ ਤਾਂ ਕਿ ਇਹ ਸੰਗਤ ਕਰਕੇ ਨਾਮ ਦਾ ਸੌਦਾ ਲੈ ਸਕੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਜਿਨੇ ਫਿਰ ਸਾਧ ਸੰਗਤ ਭਜ ਕੇਵਲ ਨਾਮ ਦੀ ਕਮਾਈ ਨਹੀਂ ਕੀਤੀ, ਉਹ ਫਿਰ ਇਸ ਹੱਟੀ ਤੋਂ ਉੱਠ ਕੇ ਜੀਵ ਆਤਮਾ ਫਿਰ ਅਗਾਂਹ ਫਿਰ ਕੋਈ ਹੋਰ ਹੱਟੀ ਮਿਲ ਜਾਏਗੀ ਜੋ ਇਹਨਾਂ ਵੱਖ-ਵੱਖ ਹੱਟੀਆਂ ਤੇ ਵਿਕੇ। ਉਹਦੇ ਵਾਸਤੇ ਰੋਵੋ ਵੀ ਇਹਦਾ ਕੀ ਬਣੇਗਾ। ਭਾਵ ਦੁਹਾਗਣ ਵਾਸਤੇ ਰੋਣਾ ਚਾਹੀਦਾ, ਸੁਹਾਗਣ ਵਾਸਤੇ ਨਹੀਂ। ਮਨਮੁਖ ਵਾਸਤੇ ਰੋਣਾ ਚਾਹੀਦਾ, ਗੁਰਮੁਖ ਵਾਸਤੇ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਵਿੱਚ ਕਿਰਪਾ ਕਰਦੇ। ਸਾਹਿਬ ਨੇ ਆਪ ਵੀ ਜਦੋਂ ਸਰੀਰਕ ਚੋਲਾ ਛੱਡਣਾ ਤੇ ਆਪ ਵੀ ਮਹਾਰਾਜ ਨੇ ਇਹੀ ਆਖਿਆ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿਛੈ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਇਸ ਲਈ ਸਾਹਿਬ ਕਹਿੰਦੇ ਆਏ ਸੇ ਪਰਵਾਨ ਹੋਏ। ਜਿਨ੍ਹਾਂ ਨੇ ਗੁਰੂ ਸ਼ਬਦ ਨਾਲ ਪਿਆਰ ਪਾ ਕੇ ਸੱਚ ਦਾ ਵਣਜ ਕੀਤਾ, ਸੱਚ ਦਾ ਵਪਾਰ ਕੀਤਾ, ਉਹ ਆਏ ਇਸ ਮਨੁੱਖਾ ਜਨਮ ਵਿੱਚ ਪ੍ਰਵਾਨ ਹੋ ਗਏ ਤੇ ਪ੍ਰੀਤਮ ਪਿਆਰਾ ਉਹਨਾਂ ਨੂੰ ਮਿਲਿਆ। ਤੇ ਜਿਨ੍ਹਾਂ ਨੂੰ ਪਿਆਰਾ ਪ੍ਰੀਤਮ ਮਿਲਿਆ, ਉਹਨਾਂ ਨੇ ਫਿਰ ਮਿਲ ਕੇ ਸੁਖ ਪਾ ਲਿਆ। ਅੰਤਰ ਵਸਤ ਮੂੜਾ ਬਾਹਰ ਪਾਲੇ, ਮਨ ਮੁਖ ਅੰਧੇ ਫਿਰਹਿ ਬੇਤਾਲੇ। ਜਿੱਥੈ ਵਤ ਹੋਵੈ ਤਿੱਥ ਕੋਈ ਨਾ ਪਾਵੈ, ਮਨ ਮੁਖ ਪਰਮ ਭੁਲਾਵਣਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਆ। ਸਾਹਿਬ ਕਹਿੰਦੇ ਅੰਤਰ ਵਸਤ, ਅੰਦਰ ਹੈ ਉਹ ਪਰਮੇਸ਼ਵਰ ਜਿਹਨੂੰ ਮਿਲਣਾ ਹੈ।
ਮੂੜਾ ਬਾਹਰ ਭਾਲੇ, ਮੂਰਖ ਬਾਹਰ ਭਾਲ ਕਰਦਾ ਹੈ ਪਰਮੇਸ਼ਵਰ ਦੀ। ਮੂਰਖ ਬਾਹਰ ਭਟਕਦਾ ਫਿਰਦਾ ਹੈ। ਸਭ ਕਹਿੰਦੇ ਉਹਨੂੰ ਅੰਦਰ ਦੀ ਵਸਤ ਦੀ ਸੋਝੀ ਨਹੀਂ ਹੁੰਦੀ। ਪਰਮੇਸ਼ਵਰ ਵੀ ਘਰ ਦੇ ਅੰਦਰ ਹੈ ਤੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਤੇ ਘਰ ਵਿੱਚ ਹੀ ਅੰਮ੍ਰਿਤ ਦਾ ਰਸ ਹੈ। ਪਰ ਮੂੜਾ ਬਾਹਰ ਭਾਲੇ, ਮੂਰਖ ਬਾਹਰ ਭਾਲ ਕਰਦਾ ਹੈ। ਤੇ ਬਾਹਰ ਭਾਲ ਕਰਦਿਆਂ ਕਰਦਿਆਂ ਉਸ ਮਿਰਗ ਹਿਰਨ ਦੀ ਤਰ੍ਹਾਂ ਸ਼ਿਕਾਰੀ ਦੇ ਹੱਥ ਆ ਜਾਂਦਾ ਹੈ। ਸ਼ਾਇਦ ਪਰਸੋਂ ਵੀ ਆਪਾਂ ਇਹ ਵਿਚਾਰ ਕੀਤੀ ਸੀ ਕਿ ਉਹ ਸ਼ਿਕਾਰੀ ਦੇ ਹੱਥ ਆ ਕੇ ਆਪਣੀ ਜਾਨ ਗਵਾ ਬੈਠਦਾ ਹੈ। ਧਰਮ ਦੀ ਦੁਨੀਆ ਵਿੱਚ ਵੀ ਬੜੇ ਸ਼ਿਕਾਰੀ ਬੈਠੇ ਨੇ, ਜਿਹੜੇ ਤੁਹਾਨੂੰ ਧਰਮ ਦੇ ਨਾਮ ਤੇ ਉਲਝਾ ਕੇ ਤੇ ਤੁਹਾਡੇ ਕੋਲੋਂ ਸਭ ਕੁਝ ਲੁੱਟ ਲੈਣਗੇ। ਤੁਹਾਨੂੰ ਮਿਲੇਗਾ ਕੱਖ ਨਹੀਂ, ਪਰ ਤੁਸੀਂ ਆਪਣਾ ਸਭ ਕੁਝ ਲੁਟਾ ਬੈਠੋਗੇ, ਕਿਉਂਕਿ ਅੰਦਰ ਦੀ ਸੋਝੀ ਨਹੀਂ ਨਾ, ਅੰਦਰ ਦੀ ਸਮਝ ਨਹੀਂ ਹੈ। ਉਸ ਹਿਰਨ ਦੀ ਤਰ੍ਹਾਂ ਕਸਤੂਰੀ ਅੰਦਰ ਹੈ, ਸੁਗੰਧੀ ਅੰਦਰ ਹੈ, ਪਰ ਭੁਲੇਖਾ ਬਾਹਰ ਦਾ ਪੈ ਗਿਆ ਤੇ ਭਟਕਦੇ ਭਟਕਦੇ ਸ਼ਿਕਾਰੀ। ਅੱਜ ਧਰਮ ਦੇ ਨਾਮ ਤੇ ਕਿੰਨੇ ਸ਼ਿਕਾਰੀ ਬੈਠੇ ਆ, ਜਿਹੜੇ ਧਰਮ ਦਾ ਅਡੰਬਰ ਰਚ ਕੇ ਸਾਨੂੰ ਨਿਤ ਲੁੱਟ ਰਹੇ ਆ। ਅਸੀਂ ਲੁੱਟੇ ਵੀ ਜਾ ਰਹੇ ਹਾਂ, ਅਸੀਂ ਉਹਨਾਂ ਦੇ ਹੱਥੋਂ ਲੁੱਟੇ ਵੀ ਜਾ ਰਹੇ ਹਾਂ ਔਰ ਬੜੇ ਖੁਸ਼ ਹੋ ਕੇ ਲੁੱਟੇ ਜਾ ਰਹੇ ਹਾਂ। ਉੱਦਾਂ ਕਿਸੇ ਗਰੀਬ ਦੀ ਮਦਦ ਕਰਨੀ ਪੈ ਜਾਏ ਨਾ, ਔਖੇ ਹੋ ਜਾਵਾਂਗੇ। ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨੀ ਪੈ, ਹਾਲਾਂਕਿ ਉਹ ਬੜੀਆਂ ਅਸੀਸਾਂ ਦੇਗਾ, ਬੜੀਆਂ ਦੁਆਵਾਂ ਦੇਗਾ। ਜੇ ਕਿਸੇ ਦੀ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰ ਦਿਓ, ਉਹ ਪਤਾ ਨਹੀਂ ਕਿੰਨੀਆਂ ਦੁਆਵਾਂ ਦੇ ਜਾਏਗਾ ਤੁਹਾਨੂੰ, ਕਿੰਨੀਆਂ ਅਸੀਸਾਂ ਤੁਹਾਨੂੰ ਦੇ ਜਾਏਗਾ। ਉੱਥੇ ਫਿਰ ਸਾਡਾ ਜਿਹੜਾ ਉਹ ਸੁਭਾਅ ਬਦਲ ਜਾਂਦਾ ਹੈ। ਪਰ ਅਸੀਂ ਧਰਮ ਦੇ ਜਿਹੜੇ ਲੁੱਟਣ ਵਾਲੇ ਸਾਨੂੰ ਬੈਠੇ ਆ, ਅਸੀਂ ਹੱਸ ਹੱਸ ਕੇ ਉੱਥੇ ਲੁੱਟ ਰਹੇ ਹਾਂ, ਆਪਣਾ ਲੁਟਾ ਰਹੇ ਹਾਂ, ਹੱਸ ਹੱਸ ਕੇ ਉੱਥੇ ਲੁਟਾ ਰਹੇ ਹਾਂ। ਔਰ ਜੋ ਸਾਡੇ ਕੋਲੋਂ ਉਹਨਾਂ ਨੇ ਲੁੱਟਿਆ ਉਹਦੇ ਉੱਤੇ ਹੀ ਉਹ ਐਸ਼ ਕਰ ਰਹੇ ਆ। ਜਾਂ ਇਦਾਂ ਦਾ ਵੀ ਸ਼ਬਦ ਵਰਤ ਲਵਾਂ ਵੀ ਅਯਾਸ਼ੀ ਵੀ ਉਹ ਕਰ ਰਹੇ ਆ। ਬਹੁਤ ਧਰਮ ਦੇ ਨਾਮ ਉੱਤੇ ਜਿਹੜੇ ਧਰਮ ਦੇ ਸ਼ਿਕਾਰੀ ਬੈਠੇ ਆ, ਧਰਮ ਦੇ ਨਾਮ ਤੇ ਸ਼ਿਕਾਰ ਕਰਨ ਵਾਲੇ, ਉਹਨਾਂ ਨੂੰ ਅਸੀਂ ਰੱਬ ਦਾ ਦਰਜਾ ਦੇ ਦਿੱਤਾ। ਅਸੀਂ ਦਰਜਾ ਰੱਬ ਦਾ ਦੇ ਕੇ ਬੈਠੇ ਆ ਉਹਨਾਂ ਨੂੰ ਵੀ ਆਹ ਰੱਬ ਹੈ ਸਾਡਾ। ਤੇ ਰੱਬ ਦੇ ਜਿਨ੍ਹਾਂ ਨੂੰ ਰੱਬ ਦਾ ਦਰਜਾ ਦਿੱਤਾ, ਉਹ ਤੇ ਇੱਕ ਨੰਬਰ ਦਾ ਅਯਾਸ਼ੀ ਹੈ। ਉਤੇ ਸਾਡੀਆਂ ਧੀਆਂ ਭੈਣਾਂ ਦੀ ਪੱਤ ਕੋਈ ਨਹੀਂ ਛੱਡਦਾ। ਉਹ ਸਾਡੇ ਘਰਾਂ ਦੇ ਘਰ ਉਹਨੇ ਬਰਬਾਦ ਕਰਤੇ, ਸਭ ਕੁਝ ਲੁੱਟ ਲਿਆ। ਅਸੀਂ ਫਿਰ ਹੱਸ ਕੇ ਕਹਿੰਦੇ ਆ ਵੀ ਇਹ ਸਾਡਾ ਰੱਬ ਹੈ। ਜਿੱਥੇ ਰੱਬ ਨੂੰ ਪਾਉਣਾ ਸੀ ਉਸ ਪਾਸੇ ਸਾਡਾ ਧਿਆਨ ਹੀ ਕੋਈ ਨਹੀਂ ਗਿਆ। ਜਿਸ ਪਾਸੇ ਅਸੀਂ ਤੁਰਨਾ ਸੀ ਉਸ ਪਾਸੇ ਸਾਡਾ ਧਿਆਨ ਹੀ ਕੋਈ ਨਹੀਂ ਗਿਆ। ਇਸ ਲਈ ਮਹਾਰਾਜ ਨੇ ਕਿਹਾ, ਅੰਦਰ ਤੇਰੇ ਵਸਤ ਹੈ ਪਰ ਮੂਰਖ ਬਾਹਰ ਭਾਲਦੇ ਨੇ। ਜਿਹੜੇ ਬਾਹਰ ਭਾਲਦੇ ਨੇ ਉਹ ਗੁਰਮੁਖ ਨਹੀਂ, ਮਨਮੁਖ ਹੁੰਦੇ ਨੇ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੈ ਬੇਤਾਲੇ। ਬੇਤਾਲੇ ਆਪਣੇ ਰਸਤੇ ਤੋਂ ਖੁੰਝੇ ਹੋਏ, ਜਿਹੜੇ ਆਪਣੇ ਰਸਤੇ ਤੋਂ ਖੁੰਝੇ ਹੋਏ ਮਨਮੁਖ ਲੋਕ ਨੇ, ਇਹ ਅਕਲ ਦੇ ਅੰਧੇ ਨੇ, ਇਹ ਮਨ ਦੇ ਅੰਧੇ ਨੇ ਤੇ ਅਕਲ ਦੇ ਅੰਧੇ। ਮਨ ਦੇ ਅੰਧਿਆਂ ਨੂੰ ਪਤਾ ਹੀ ਨਹੀਂ ਹੈ ਕਿ ਧਰਮ ਕਮਾਉਣਾ ਕਿਵੇਂ ਹੈ ਤੇ ਕਮਾ ਕਿਵੇਂ ਰਹੇ ਨੇ, ਧਰਮੀ ਬਣਨਾ ਕਿਵੇਂ ਹੈ ਤੇ ਬਣ ਕਿਵੇਂ ਰਹੇ ਨੇ। ਸਭ ਕਹਿੰਦੇ ਉਹ ਮਨਮੁਖ ਨੇ। ਇਹੀ ਤੇ ਗੱਲ ਹਜ਼ਮ ਨਹੀਂ ਹੁੰਦੀ, ਇਹੀ ਤੇ ਬਰਦਾਸ਼ਤ ਨਹੀਂ ਹੁੰਦੀ ਵੀ ਜਦੋਂ ਧਰਮ ਦੇ ਨਾਮ ਤੇ ਜਿਹੜੇ ਲੋਕਾਂ ਨੂੰ ਲੁੱਟ ਰਹੇ ਆ, ਜਦੋਂ ਇਹ ਗੱਲ ਉਹਨਾਂ ਤੇ ਲੱਗੇਗੀ ਫਿਰ ਉਹਨਾਂ ਦਾ ਹਾਜ਼ਮਾ ਆਪੇ ਹੀ ਖਰਾਬ ਹੋਣਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਮਨਮੁਖ ਅੰਧੇ ਫਿਰੈ ਬੇਤਾਲੇ, ਜਿੱਥੈ ਵੱਥ ਹੋਵੇ ਤਿੱਥੋਂ ਕੋਏ ਨਾ ਪਾਵੇ। ਜਿੱਥੇ ਵਸਤ ਪਈ ਹੈ ਉੱਥੋਂ ਨਹੀਂ ਲੈਣੀ, ਹੋਰ ਹੋਰ ਥਾਵਾਂ ਤੇ ਭਟਕਦੇ ਪਏ ਆ। ਮਨਮੁਖ ਅਕਲ ਦੇ ਅੰਧੇ ਲੋਕ ਦੇਹ ਧਾਰੀਆਂ ਦੇ ਚਰਨਾਂ ਵਿੱਚ ਜਾ ਕੇ ਡਿੱਗਦੇ ਪਏ ਆ, ਪਰ ਵਸਤ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਬਾਣੀ ਦਾ ਖਜ਼ਾਨਾ ਤੇ ਗੁਰੂ ਗ੍ਰੰਥ। ਹੁਣ ਬਾਣੀ
ਕਿਤੇ ਨਹੀਂ ਲਿਖਿਆ ਗੁਰੂ ਨਾਨਕ ਸਾਹਿਬ ਨੇ ਵੀ ਇਹ ਮੈਂ ਤੁਹਾਨੂੰ ਬਾਣੀ ਦੇ ਚੱਲਿਆ, ਨਹੀਂ। ਸਾਹਿਬ ਕਹਿੰਦੇ ਇਹ ਖਸਮ ਦੀ ਬਾਣੀ ਆ ਤੇ ਖਸਮ ਦੀ ਰਹਿਣੀ ਆ। ਇਹ ਧੁਰ ਕੀ ਬਾਣੀ ਆ ਤੇ ਧੁਰ ਕੀ ਹੋਈ ਬਾਣੀ ਰਹਿਣੀ ਆ। ਇਹ ਰੱਬੀ ਖਜ਼ਾਨਾ ਹੀ ਰਹਿਣਾ ਹੈ। ਪਰ ਅਸੀਂ ਇੱਥੋਂ ਲੈਣ ਦੀ ਬਜਾਏ ਦੇ ਧਰੀਆਂ ਧਾਰੀਆਂ ਦੇ ਚਰਨਾਂ ਚੋਂ ਲੈ ਰਹੇ ਹਾਂ। ਅਸੀਂ ਮੜੀਆਂ ਤੇ ਮਸਾਣਾ ਵਿੱਚੋਂ ਦੀ ਲੈ ਰਹੇ ਹਾਂ। ਇਸ ਲਈ ਇਹ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਆ, ਸਾਹਿਬ ਕਹਿੰਦੇ ਜਿੱਥੇ ਵੱਥ ਹੋਵੇ, ਜਿੱਥੇ ਸੌਦਾ ਪਿਆ ਉੱਥੇ ਨਹੀਂ ਲੈਣਾ, ਉੱਥੇ ਅਰਦਾਸ ਨਹੀਂ ਕਰਨੀ, ਉੱਥੇ ਭਿਖਾਰੀ ਨਹੀਂ ਬਣਨਾ। ਜਿੱਥੇ ਇਹ ਵਸਤ ਪਈ ਹੈ ਨਾ, ਜਿੱਥੇ ਇਹ ਪਦਾਰਥ ਨਾਮ ਦਾ ਪਿਆ ਹੈ, ਉੱਥੇ ਨਹੀਂ ਭਿਖਾਰੀ ਬਣਨਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਦੇ ਧਾਰੀਆਂ ਦੇ ਚਰਨਾਂ 'ਚ ਜਾ ਕੇ ਡਿੱਗਣਾ, ਔਰ ਉਹਨਾਂ ਵੱਲੋਂ ਬਣਾਏ ਹੋਏ ਜਿਹੜੇ ਮੰਤਰ ਨੇ ਉਹ ਲੈ ਕੇ ਖੁਸ਼ ਹੋ ਜਾਣਾ। ਉਹ ਬਨਾਵਟੀ ਪਦਾਰਥ ਹੈ। ਅਸੀਂ ਬਨਾਵਟੀ ਜ਼ਿੰਦਗੀ ਜਿਉਂਦੇ ਜਿਉਂਦੇ ਬਨਾਵਟੀ ਹੋ ਗਏ ਹਾਂ। ਸਾਡਾ ਸੰਸਾਰ ਦੇ ਨਾਲ ਜਿਹੜਾ ਪਿਆਰ ਹੈ ਉਹ ਕੇਵਲ ਇੱਕ ਬਨਾਵਟੀ ਹੋਈ ਹੈ। ਰਿਸ਼ਤਿਆਂ ਦੇ ਵਿੱਚ ਪਿਆਰ ਕਿੱਥੇ ਰਹਿ ਗਿਆ? ਸਾਕ ਸੰਬੰਧੀਆਂ 'ਚ, ਆਂਢ ਗੁਆਂਢ, ਕਿੱਥੇ ਦਿਲਾਂ ਵਿੱਚ ਪਿਆਰ ਰਹਿ ਗਿਆ? ਹਰ ਇੱਕ ਚਿਹਰਾ ਬਨਾਵਟੀ ਚਿਹਰਾ ਬਣਾ ਕੇ ਮੁਸਕਰਾ ਰਿਹਾ ਹੈ। ਅੰਦਰ ਕੁਝ ਹੋਰ ਹੈ, ਬਾਹਰ ਕੁਝ ਹੋਰ ਹੈ। ਅਸੀਂ ਉਹ ਜਿਹੜੇ ਓਰੀਜਨਲ ਕੁਦਰਤੀ ਫੁੱਲ ਨੇ, ਇਹਨਾਂ ਦੀ ਸੁਗੰਧੀ ਕਿੱਥੇ ਮਾਣਦੇ ਆ? ਅਸੀਂ ਤੇ ਘਰਾਂ ਦੇ ਵਿੱਚ ਵੀ ਬਨਾਵਟੀ ਫੁੱਲ ਰੱਖੇ ਆ, ਕਿਉਂਕਿ ਅਸੀਂ ਜ਼ਿੰਦਗੀ ਬਨਾਵਟੀ ਜੀ ਰਹੇ ਹਾਂ। ਤੇ ਬਨਾਵਟੀ ਥਾਵਾਂ ਤੇ ਜਾ ਕੇ ਹੀ ਅਸੀਂ ਉਹ ਦਾਤ ਮੰਗ ਰਹੇ ਹਾਂ ਜਿਨ੍ਹਾਂ ਕੋਲ ਹੈ ਹੀ ਨਹੀਂ। ਅਸਲ ਦੇ ਵਿੱਚ ਜੇ ਸਾਨੂੰ ਗੁਰਬਾਣੀ ਦਿੱਤੀ ਆ ਤੇ ਇਹ ਵੀ ਉਸ ਮਾਲਕ ਨੇ ਹੁਕਮ ਦੇ ਵਿੱਚ ਬਾਣੀ ਦਾ ਖਜ਼ਾਨਾ ਮਿਲਿਆ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ। ਸੁਗੰਧੀ ਤਾਂ ਇੱਥੇ ਪਈ ਹੈ, ਨਾਮ ਦਾ ਧਨ ਤਾਂ ਇੱਥੇ ਪਿਆ, ਨਾਮ ਦਾ ਖਜ਼ਾਨਾ ਤੇ ਇੱਥੇ ਪਿਆ। ਹੁਣ ਕਈ ਥਾਵਾਂ ਤੇ ਐਸਾ ਵੀ ਵੇਖਣ ਨੂੰ ਮਿਲਦਾ, ਤੁਸੀਂ ਸਾਰੇ ਸਮਝਦਾਰ ਹੋ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਇਹ ਪੰਕਤੀ ਦੇ ਆਧਾਰ ਤੇ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਇੱਕ ਪਾਸੇ ਜਿਹਨੂੰ ਅਸੀਂ ਰੱਬ ਬਣਾਇਆ ਉਹ ਬੈਠਾ ਹੋਇਆ ਹੈ। ਤੇ ਅਸੀਂ ਕਿਹਦੇ ਕੋਲੋਂ ਮੰਗ ਰਹੇ ਹਾਂ? ਗੁਰੂ ਗ੍ਰੰਥ ਸਾਹਿਬ ਕੋਲੋਂ ਥੋੜ੍ਹੀ ਮੰਗ ਰਹੇ ਹਾਂ। ਉਹ ਜਿਹਨੂੰ ਬਰਾਬਰ ਬਿਠਾਇਆ ਉਹਦੇ ਅੱਗੇ ਮੱਥਾ ਟੇਕ ਕੇ ਉਹਨੂੰ ਕਹਿ ਰਹੇ ਹਾਂ ਵੀ ਸਾਨੂੰ ਦਾਤ ਦੇ ਦਿਓ। ਇਹਦਾ ਮਤਲਬ ਜਿੱਥੇ ਵੱਥ ਹੋਵੇ ਤਿੱਥੋਂ ਕੋਏ ਨਾ ਪਾਵੇ। ਜਿੱਥੇ ਵੱਥ ਵਸਤ ਹੈ ਉੱਥੋਂ ਅਸੀਂ ਪਾ ਕੋਈ ਨਹੀਂ ਰਹੇ, ਤੇ ਜਿਹਦੇ ਕੋਲ ਨਹੀਂ ਹੈ ਉਹਦੇ ਕੋਲੋਂ ਅਸੀਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਵੇਲੇ ਜਹਾਂਗੀਰ ਵੀ ਬੈਠਾ ਹੋਇਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਬੈਠੇ ਆ, ਦੋਵਾਂ ਨੂੰ ਪਾਤਸ਼ਾਹ ਕਹਿੰਦੇ ਆ। ਹੁਣ ਇੱਕ ਘਾਹ ਖੋਦਣ ਵਾਲਾ ਘਾਹੀ, ਉਹਨੂੰ ਪਤਾ ਲੱਗਾ ਵੀ ਪਾਤਸ਼ਾਹ ਆਏ ਨੇ, ਉਹ ਜਹਾਂਗੀਰ ਦੇ ਕੋਲ ਜਾ ਕੇ ਘਾਹ ਦੀ ਪੰਡ ਰੱਖਦਾ, ਅੱਗੇ ਟਕਾ ਰੱਖਦਾ, ਸਿਰ ਝੁਕਾਉਂਦਾ ਵੀ ਪਾਤਸ਼ਾਹ ਜੀ ਮੇਰਾ ਲੋਕ ਤੇ ਪਰਲੋਕ ਸਵਾਰ ਦਿਓ। ਜਹਾਂਗੀਰ ਸੋਚੀ ਪੈ ਗਿਆ ਵੀ ਲੋਕ ਤਾਂ ਸਵਾਰ ਸਕਦਾ ਪਰ ਪਰਲੋਕ ਸਵਾਰਨ ਦੀ ਹਿੰਮਤ ਮੇਰੇ 'ਚ ਨਹੀਂ, ਇੰਨੀ ਪਾਵਰ ਨਹੀਂ ਮੇਰੇ ਕੋਲ। ਉਹਨੇ ਆਖਿਆ ਵੀ ਲੋਕ ਵਿੱਚ ਦੱਸ ਤੈਨੂੰ ਕੀ ਚਾਹੀਦਾ ਹੈ, ਪਰ ਪਰਲੋਕ ਦੀ ਸੋਝੀ ਮੈਨੂੰ ਨਹੀਂ। ਉਹਨੇ ਆਖਿਆ ਫਿਰ ਤੂੰ ਸੱਚਾ ਪਾਤਸ਼ਾਹ ਨਹੀਂ ਹੋ ਸਕਦਾ। ਜਿਹੜੀ ਦਾਤ ਮੈਨੂੰ ਚਾਹੀਦੀ ਹੈ ਨਾ ਉਹ ਜਹਾਂਗੀਰ, ਉਹ ਤੇਰੇ ਘਰ ਵਿੱਚੋਂ ਉਹ ਦਾਤ ਨਹੀਂ ਮਿਲਣੀ। ਉਹਨੇ ਘਾਹ ਦੀ ਪੰਡ ਚੁੱਕੀ ਤੇ ਤੁਰ ਪਿਆ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਆਇਆ ਤੇ ਆ ਕੇ ਨਮਸਕਾਰ ਕੀਤੀ, ਸੱਚਾ ਪਾਤਸ਼ਾਹ ਮੇਰਾ ਲੋਕ ਸੁਖੀਏ ਪਰਲੋਕ ਸੁਹੇਲਾ ਕਰ ਦਿਓ। ਤੇ ਮਹਾਰਾਜ ਨੇ ਕਿਰਪਾ ਕੀਤੀ। ਭਾਵ ਜਿੱਥੇ ਵਸਤ ਮਿਲਣੀ ਆ ਉੱਥੋਂ ਹੀ ਮਿਲਣੀ ਆ, ਅਸੀਂ ਮੰਗ ਹੋਰ ਥਾਂ ਤੋਂ ਰਹੇ ਹਾਂ। ਜਿਵੇਂ ਇੱਕ ਦਿਨ ਇਹ ਵੀ ਬੇਨਤੀ ਕੀਤੀ, ਤੁਸੀਂ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਕਹੋ ਵੀ ਮੈਨੂੰ ਇੰਨੇ ਗੱਜ ਕੱਪੜਾ ਦੇ ਦੇ, ਉਹ ਕੀ ਕਹੇਗਾ? ਉਹਨੇ ਕਹੇਗਾ ਮੂਰਖ ਹੈ, ਸੁਨਿਆਰੇ ਦੀ ਦੁਕਾਨ ਤੇ ਆ ਕੇ ਕੱਪੜਾ ਮੰਗਦਾ ਪਿਆ। ਕਰਿਆਨੇ ਦੀ ਦੁਕਾਨ ਤੇ ਜਾ ਕੇ ਕਹੋ ਵੀ ਮੈਨੂੰ ਸੋਨੇ ਚਾਂਦੀ ਦੇ ਗਹਿਣੇ ਵਿਖਾ,
ਉਹ ਕੀ ਕਹੇਗਾ? ਉਹ ਕਹੇਗਾ ਮੂਰਖ ਹੈ, ਇੱਥੇ ਕਰਿਆਨੇ ਦਾ ਸਮਾਨ ਮਿਲਦਾ ਹੈ, ਇੱਥੇ ਸੋਨੇ ਚਾਂਦੀ ਦੇ ਗਹਿਣੇ ਨਹੀਂ ਮਿਲਦੇ। ਸਾਡੀ ਹਾਲਤ ਵੀ ਇਹੀ ਹੈ ਕਿ ਜਿੱਥੋਂ ਪਦਾਰਥ ਮਿਲਣੇ, ਬਖਸ਼ਿਸ਼ਾਂ ਮਿਲਣੀਆਂ, ਜਿੱਥੋਂ ਰੱਬੀ ਖਜ਼ਾਨਾ ਮਿਲਣਾ, ਉੱਥੇ ਨਹੀਂ ਮੰਗ ਰਹੇ, ਹੋਰ ਹੋਰ ਥਾਵਾਂ ਤੇ ਮੰਗ ਰਹੇ ਹਾਂ। ਗੁਰੂ ਅਮਰਦਾਸ ਜੀ ਕਹਿੰਦੇ ਜਿੱਥੇ ਵੱਥ ਹੋਵੇ ਤਿੱਥੋਂ ਕੋਏ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ। ਮਨਮੁਖ ਭਰਮ ਵਿੱਚ ਪਿਆ ਭਟਕਦਾ ਰਹਿ ਜਾਂਦਾ ਹੈ, ਉਹ ਬਾਹਰ ਹੀ ਭਟਕਦਾ ਰਹਿ ਜਾਂਦਾ ਹੈ, ਉਹਨੂੰ ਅੰਦਰ ਦੀ ਸੋਝੀ ਆਉਂਦੀ ਹੋਈ ਨਹੀਂ ਹੈ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ। ਨਾਨਕ ਨਾਮ ਮਿਲੈ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਹੁਣ ਜਿਹਨੂੰ ਸਮਝ ਆਈ ਉਹਨੇ ਫਿਰ ਵਾਹਿਗੁਰੂ ਜੀ ਦੇ ਦਰ ਤੇ ਖਲੋ ਕੇ ਅਰਦਾਸ ਕੀਤੀ ਕਿ ਮਾਲਕ ਜੀ, ਮੈਂ ਕਿਸੇ ਬੰਦੇ ਕਿਸੇ ਥਾਂ ਦਾ ਭਿਖਾਰੀ ਨਹੀਂ, ਮੈਂ ਕੇਵਲ ਤੁਹਾਡੇ ਦਰ ਦਾ ਭਿਖਾਰੀ ਬਣ ਕੇ ਮੰਗਦਾ ਕਿ ਮੇਰੀ ਝੋਲੀ ਵਿੱਚ ਆਪਣੀ ਨਾਮ ਦੀ ਸਿਫਤ ਸਲਾਹਾਂ ਦੀ ਦਾਤ ਪਾ ਦਿਓ, ਤਾਂ ਕਿ ਮੈਂ ਦਿਨ ਰਾਤ ਤੁਹਾਡੇ ਗੁਣ ਗਾ ਸਕਾਂ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮੈਂ ਤੁਹਾਡੇ ਕੋਲੋਂ ਦਾਤ ਮੰਗਦਾ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮੈਂ ਕੇਵਲ ਤੁਹਾਡੇ ਕੋਲੋਂ ਮੰਗਦਾ, ਮੈਂ ਹੋਰ ਥਾਉ ਨਹੀਂ। ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਤੇ ਜਿਨ੍ਹਾਂ ਨੇ ਫਿਰ ਬੇਨਤੀ ਕੀਤੀ, ਆਪੇ ਦੇਵੈ ਸ਼ਬਦ ਬੁਲਾਏ, ਬੁਲਾ ਕੇ ਆਪ ਆਵਾਜ਼ ਮਾਰ ਕੇ ਫਿਰ ਉਹਨਾਂ ਦੀ ਝੋਲੀ ਵਿੱਚ ਸ਼ਬਦ ਦੀ ਦਾਤ, ਕਿਉਂਕਿ ਸਾਰੀਆਂ ਬਖਸ਼ਿਸ਼ਾਂ ਸ਼ਬਦ ਦੇ ਵਿੱਚ ਨੇ, ਸਾਰੀਆਂ ਦਾਤਾਂ ਸਾਰੇ ਪਦਾਰਥ ਸ਼ਬਦ ਵਿੱਚ ਨੇ। ਫਿਰ ਉਹ ਆਪ ਜਿਹਨੇ ਆਖਿਆ ਨਾ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਫਿਰ ਉਸ ਦਾਤੇ ਨੇ ਬੁਲਾਇਆ, ਆਵਾਜ਼ ਮਾਰ ਕੇ ਸ਼ਬਦ ਦੀ ਦਾਤ ਉਹਦੇ ਹਿਰਦੇ ਦੀ ਝੋਲੀ ਵਿੱਚ ਪਾਤੀ। ਤੇ ਜਿਹਨੂੰ ਆਪ ਬੁਲਾ ਕੇ ਸ਼ਬਦ ਦੀ ਦਾਤ ਦਿੱਤੀ, ਮਹਿਲੀ ਮਹਿਲ ਸਹਿਜ ਸੁਖ ਪਾਏ। ਉਹ ਫਿਰ ਅਸਲ ਟਿਕਾਣੇ ਦੇ ਉੱਤੇ ਉਹ ਜੀਵ ਆਤਮਾ, ਜਿਹੜੀ ਜੀਵ ਇਸਤਰੀ ਸੀ, ਉਹ ਆਪਣੇ ਮਹਿਲ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਟਿਕ ਗਈ, ਜਿੱਥੇ ਉਹਨੂੰ ਸਹਿਜ ਤੇ ਸੁਖ ਦੀ ਪ੍ਰਾਪਤੀ ਹੋਈ। ਇਹ ਮਨ ਬਾਹਰ ਭਟਕਦਾ ਸੀ ਚੰਚਲਤਾਈ ਕਰਕੇ, ਹੁਣ ਮਨ ਘਰ ਦੇ ਅੰਦਰ ਟਿਕ ਕੇ ਇਹਨੇ ਸੁਖ ਪਾ ਲਿਆ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਨਾਮ ਮਿਲੈ ਵਡਿਆਈ। ਜਿਹਨੂੰ ਨਾਮ ਵਿੱਚੋਂ ਵਾਹਿਗੁਰੂ ਦੇ ਘਰੋਂ ਵਡਿਆਈਆਂ ਮਿਲੀਆਂ, ਜਿਨ੍ਹਾਂ ਨੂੰ ਬਖਸ਼ਿਸ਼ਾਂ ਮਿਲੀਆਂ, ਆਪੇ ਸੁਣ ਸੁਣ ਧਿਆਵਣਿਆ। ਉਹ ਫਿਰ ਮੈਂ ਨਹੀਂ ਕਰਦੇ। ਜਿਨ੍ਹਾਂ ਨੂੰ ਆਪ ਮਾਲਕ ਨੇ ਤੁਰੁੱਠ ਕੇ ਨਾਮ ਦੀ ਦਾਤ ਦਿੱਤੀ, ਤੇ ਜਿਹੜੇ ਸ਼ਬਦ ਦੇ ਰੰਗ ਵਿੱਚ ਅੰਦਰ ਰੰਗੇ ਗਏ, ਉਹ ਫਿਰ ਮੈਂ ਨਹੀਂ ਕਰਦੇ। ਉਹ ਫਿਰ ਕਹਿੰਦੇ ਨੇ, ਮਾਲਕ ਜੀ ਤੁਸੀਂ ਆਪੇ ਹੀ ਅੰਦਰ ਸੁਣ ਰਹੇ ਹੋ, ਔਰ ਆਪੇ ਹੀ ਸੁਣ ਕੇ ਇਹਨੂੰ ਧਿਆਉਣਾ ਵੀ ਤੁਸੀਂ ਆਪ ਹੀ ਕਰ ਰਹੇ ਹੋ। ਹੁਣ ਮੇਰੇ ਵਿੱਚ ਕੋਈ ਮੈਂ ਵਾਲੀ ਗੱਲ ਨਹੀਂ ਰਹਿ ਗਈ ਕਿ ਮੈਂ ਧਿਆ ਰਿਹਾ, ਮੈਂ ਸੁਣ ਰਿਹਾ, ਮੈਂ ਬੋਲ ਰਿਹਾ ਹਾਂ। ਨਹੀਂ, ਹੁਣ ਉਹ ਆਪ ਹੀ ਅੰਦਰ ਸੁਣ ਰਿਹਾ ਤੇ ਆਪ ਹੀ ਅੰਦਰੋਂ ਧਿਆ ਰਿਹਾ ਹੈ। ਇਸ ਅਵਸਥਾ ਤੱਕ ਪਹੁੰਚਣ ਵਾਸਤੇ ਪਹਿਲਾਂ ਸਾਨੂੰ ਗੁਰੂ ਦੇ ਦਰ ਤੇ ਪਹੁੰਚਣਾ ਪੈਣਾ ਹੈ। ਪਹਿਲਾਂ ਗੁਰੂ ਸਾਹਿਬ ਦੇ ਘਰ ਪਹੁੰਚਣਾ ਪਏਗਾ। ਗੁਰੂ ਦੁਆਰੇ ਆ ਕੇ ਫਿਰ ਸਾਨੂੰ ਸੋਝੀ ਲੈਣੀ ਪਏਗੀ। ਤੇ ਜਦੋਂ ਸਾਨੂੰ ਸੋਝੀ ਆ ਗਈ, ਫਿਰ ਅਸੀਂ ਇੱਕ ਦਾਤ ਵਾਹਿਗੁਰੂ ਜੀ ਕੋਲੋਂ ਮੰਗਾਂਗੇ ਕਿ ਵਾਹਿਗੁਰੂ ਜੀ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਤੇ ਜਿਨ੍ਹਾਂ ਨੂੰ ਫਿਰ ਗੁਰਬਾਣੀ ਵਿੱਚੋਂ ਇਹ ਦਾਤ ਮਿਲੇਗੀ, ਉਹ ਇੱਕ ਦਿਨ ਐਸੇ ਰੰਗੇ ਜਾਣਗੇ, ਉਹ ਫਿਰ ਕਹਿਣਗੇ, ਮਾਲਕ ਜੀ ਤੁਸੀਂ ਆਪ ਹੀ ਸੁਣ ਰਹੇ ਹੋ, ਆਪ ਹੀ ਤੁਸੀਂ ਧਿਆ ਰਹੇ ਹੋ, ਹੁਣ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ। ਉਹ ਫਿਰ ਆਇਆ ਪ੍ਰਵਾਨ ਹੋ ਜਾਏਗਾ।
ਇਸ ਲਈ ਇਸ ਅਵਸਥਾ ਤੱਕ ਪਹੁੰਚਣ ਵਾਸਤੇ ਜੇ ਮਾਲਕ ਦੀ ਮਿਹਰ ਹੋਈ ਹੈ, ਗੁਰੂ ਦਰ ਤੇ ਆਏ ਆ, ਤੇ ਫਿਰ ਗੁਰੂ ਦਰ ਤੇ ਇਹ ਖੈਰ ਮੰਗ ਕੇ ਜਾਈਏ। ਤੇ ਜਿਹੜੇ ਹਜੇ ਗੁਰੂ ਦਰ ਤੱਕ ਨਹੀਂ ਪਹੁੰਚੇ ਉਹਨਾਂ ਲਈ ਵੀ ਅਰਦਾਸ ਕਰੀਏ ਕਿ ਉਹ ਭੁੱਲੇ ਭਟਕੇ ਲੋਕ ਉਹ ਵੀ ਕਿਤੇ ਗੁਰੂ ਸਾਹਿਬ ਦੇ ਦਰ ਤੇ ਆਵਣ ਤੇ ਆ ਕੇ ਇਹ ਦਾਤ ਮੰਗਣ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਇਸੇ ਤਰ੍ਹਾਂ ਗੁਰੂ ਚਰਨਾਂ 'ਚ ਜੁੜ ਕੇ ਸ਼ਬਦ ਦਾ ਅਭਿਆਸ ਕਰਦੇ ਰਹੀਏ, ਤਾਂ ਕਿ ਸ਼ਬਦ ਦਾ ਅਭਿਆਸ ਕਰਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ। ਨਾਨਕ ਨਾਮ ਮਿਲੈ ਵਡਿਆਈ, ਆਪੇ ਸੁਣ ਸੁਣ ਧਿਆ ਬਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।